जी। कनहार बूंद बसोरो मावलो, कुसुम बसंत गनंत न आवे। राव सास किरण उदर सागर को, गंग तरंग अंत को पावे। रुदर ध्यान ज्ञान सतगुर के, काव जन भल उन्हें जो गावे। भले अमरदास गुण तेरे, तेरी उपमा तोहे बन आवे। भले अमरदास गुण तेरे, तेरी उपमा तोहे बन आवे। तेरे कवन कवन गुण कह कह गावा, तू साहिब गुणी निधाना। तुमरी महिमा बरन न साको, तू ठाकुर ऊच भगवाना। सुखाओ टल गुर सेविय, अहनस सहज सुभाए। दर्शन परसै गुरु कै, जन्म मरण दुख जाय। होवै सिफत खसम दे, नूर अरसों कुरसों छटिया। तुद डिठे सचे पातशाह, मल जन्म जन्म दे खटिया। तुद डिठे सचे पातशाह, मल जन्म जन्म दी कटिया। सतनाम श्री वाहिगुरु साहिब जीओ। सो टिका सो बहना, सोई दीवाना। प्यो दादे जे विहा, पोता परवान। सो टिका सो बहना, सोई दीवान। वाहिगुरु जी का खालसा, वाहिगुरु जी की फतेह। पतित पावन कृपा निधान भगत वत्सल सतगुरु गुरु ग्रंथ साहिब महाराज साहब जियां दी पवित्र पावन हजूरी दा आनंद मान रही गुरु की संगत। सतगुरु कृपा करके सतसंगत दा ये वडभागा समा सानू बख्शिश कर रहे हैं। आप संगतां अमृत वेले तो सतगुरां दी गुरबाणी दा आनंद प्राप्त कर रहे सी। आसा दी वार गुरबाणी दे कीर्तन सरवण करके इस वेले सतगुरु पातशाह लड़ीवार गुरबाणी दी कथा दी दात बख्शिश कर दे। आओ मन दे ध्यान नूं टकाईए, भावना दे नाल सतगुरां दे अमृत बचन सरवण करिए। मिल के आखिए सतनाम श्री वाहिगुरु साहिब जी।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸੋ ਟਿਕਾ ਸੋ ਬਹਿਣਾ ਸੋਈ ਦੀਵਾਨ। ਧੰਨ ਗੁਰੂ ਅਮਰਦਾਸ ਮਹਾਰਾਜ ਸਾਹਿਬ ਜੀ, ਜਿਨ੍ਹਾਂ ਦੇ ਬਾਬਤ ਭੱਟਾਂ ਨੇ ਬਚਨ ਲਿਖੇ ਗੁਰਬਾਣੀ ਦੇ ਅੰਦਰ, ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿਨੈ ਸਵਾਰਿਆ। ਸੋ ਜਿਸ ਤਰ੍ਹਾਂ ਬਚਨ ਆਉਂਦਾ ਹੈ, ਭੱਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੋਹੇ ਬਣ ਆਵੈ। ਗੁਰੂ ਅਮਰਦਾਸ ਮਹਾਰਾਜ ਸਾਹਿਬ ਜੀ ਬਾਸਰ ਕੇ ਨਗਰ ਦਾ, ਬਾਸਰ ਕੇ ਗਿੱਲਾ ਨਾਮ ਦਾ ਜੋ ਨਗਰ ਹੈ, ਇਹ ਮਹਾਰਾਜ ਸਾਹਿਬ ਜੀਆਂ ਦਾ ਅਵਤਾਰ ਸਥਾਨ ਹੈ। ਸਤਿਗੁਰਾਂ ਦੇ ਪਿਤਾ ਜੀ ਦਾ ਨਾਮ ਸੋ ਮਹਾਰਾਜ ਸਾਹਿਬ ਜੀਆਂ ਦੇ ਤੇਜਭਾਨ ਜੀ ਲਿਖਿਆ ਹੈ, ਅਤੇ ਇਸੇ ਤਰ੍ਹਾਂ ਮਾਤਾ ਸੁਲੱਖਣੀ ਜੀ ਦੇ ਗ੍ਰਹਿ ਵਿਖੇ ਆਪ ਜੀ ਨੇ 1579 ਨੂੰ, ਇਹ 1479 ਨੂੰ ਅਵਤਾਰ ਧਾਰਿਆ ਹੈ। ਆਪ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਤੋਂ 10 ਸਾਲ ਬਾਅਦ ਇਸ ਸੰਸਾਰ ਦੇ ਵਿੱਚ ਆ ਕੇ ਅਵਤਾਰ ਲਿਆ ਹੈ। ਸਤਿਗੁਰਾਂ ਦਾ ਅਵਤਾਰ 1469 ਦਾ ਹੈ, ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦਾ। ਆਪ ਜੀ ਦਾ ਅਵਤਾਰ ਗੁਰੂ ਅਮਰਦਾਸ ਪਾਤਸ਼ਾਹ ਜੀ ਦਾ 1479 ਦਾ ਹੈ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀਆਂ ਦੇ 3 ਹੋਰ ਭਰਾ ਨੇ, ਆਪ 4 ਭਰਾ ਸਨ, ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ। ਅਤੇ ਇਸੇ ਤਰ੍ਹਾਂ ਬਾਕੀ ਦੇ ਜਿਹੜੇ ਭਰਾ ਹਨ, ਉਹ ਖੇਤੀ ਦਾ ਕੰਮ ਅਤੇ ਨਾਲ ਨਾਲ ਜਿਹੜੀ ਹੱਟੀ ਦਾ ਕੰਮ ਕਰਿਆ ਕਰਦੇ। ਸੋ ਬਾਬਾ ਤੇਜਭਾਨ ਜੀਆਂ ਨੇ ਆਪਣੇ ਪੁੱਤਰਾਂ ਨੂੰ ਖੇਤੀ ਦੇ ਕੰਮਾਂ ਵਿੱਚ ਔਰ ਹੱਟ ਦੇ ਕੰਮਾਂ ਦੇ ਵਿੱਚ ਲਾਇਆ ਹੋਇਆ ਹੈ। ਗੁਰੂ ਅਮਰਦਾਸ ਮਹਾਰਾਜ ਸਾਹਿਬ ਜੀ ਘੋੜੇ 'ਤੇ ਸਮਾਨ ਲੱਦ ਕੇ ਪਿੰਡਾਂ ਪਿੰਡਾਂ ਵਿੱਚ, ਨਗਰਾਂ ਨਗਰਾਂ ਵਿੱਚ ਜਾ ਕੇ ਪਰਚੂਨ ਦਾ ਸਮਾਨ, ਮਸਾਲੇ, ਦਾਲਾਂ ਵਗੈਰਾ ਜਾ ਕੇ ਸੋ ਘਰਾਂ ਘਰਾਂ ਵਿੱਚ ਵੇਚਿਆ ਕਰਦੇ। ਇਸ ਤਰ੍ਹਾਂ ਮਹਾਰਾਜ ਸਾਹਿਬ ਜੀਆਂ ਦੇ ਜੀਵਨ ਦੀ ਕਿਰਤ ਹੈ ਕਿ ਸਤਿਗੁਰੂ ਪਾਤਸ਼ਾਹ ਜੀ ਐਸੀ ਕਰੜੀ ਸੇਵਾ, ਐਸਾ ਕਰੜਾ ਕੰਮ, ਘੋੜੇ ਦੇ ਉੱਪਰ ਸਮਾਨ ਲੱਦ ਲੈਣਾ, ਉਹਨਾਂ ਨੂੰ ਨਗਰਾਂ ਨਗਰਾਂ ਵਿੱਚ ਜਾ ਕੇ ਵੇਚਣਾ। ਔਰ ਇੱਕ ਆਪਣੀ ਜ਼ਿੰਦਗੀ ਦਾ ਨਿਯਮ ਬਣਾਇਆ ਹੋਇਆ ਹੈ ਕਿ ਮਾਘ ਦੇ ਮਹੀਨੇ ਜਾ ਕੇ ਹਰਿਦੁਆਰ ਜਾ ਕੇ ਗੰਗਾ ਦਾ ਇਸ਼ਨਾਨ ਕਰਨਾ, ਨਾਲ ਕੁਝ ਸੰਗੀ ਸਾਥੀਆਂ ਨੂੰ ਲੈ ਕੇ ਜਾਣਾ। ਭਾਈ ਸੰਤੋਖ ਸਿੰਘ ਜੀਆਂ ਨੇ 2 ਵਾਰੀ ਸਾਲ ਵਿੱਚ ਜਾਣ ਦਾ ਜ਼ਿਕਰ ਕੀਤਾ ਹੈ, ਵੀ ਆਪ 2 ਵਾਰੀ ਸਾਲ ਵਿੱਚ ਹਰਿਦੁਆਰ ਗੰਗਾ ਦਾ ਇਸ਼ਨਾਨ ਕਰਿਆ ਕਰਦੇ। ਸੋ ਗੁਰਮੁਖੋ ਉਹਨਾਂ ਸਮਿਆਂ ਦੇ ਵਿੱਚ ਤੀਰਥ ਯਾਤਰਾ ਦਾ ਬੜਾ ਵੱਡਾ ਇੱਕ ਮਹਾਤਮ ਦੱਸਿਆ ਗਿਆ, ਕਿਉਂਕਿ ਬਾਕੀ ਸਾਰੇ ਜਪ ਤਪ ਸਾਧਨਾ ਨਾਲੋਂ ਇਹ ਕੰਮ ਕਰਨਾ ਸੌਖਾ ਹੈ ਔਰ ਇਹ ਬਹੁਤ ਜ਼ਿਆਦਾ ਪ੍ਰਚਲਿਤ ਹੋ ਗਿਆ। ਸੋ ਪਾਤਸ਼ਾਹ ਵੀ ਜਾ ਕੇ ਇਸ ਤਰ੍ਹਾਂ ਇਸ਼ਨਾਨ ਕਰਿਆ ਕਰਦੇ, ਅਤੇ ਹਰ ਸਾਲ ਮਾਘ ਦੇ ਮਹੀਨੇ ਜਾ ਕੇ ਇਹ ਆਪਣੀ ਜਿਹੜੀ ਮਰਿਆਦਾ ਹੈ ਉਸ ਨੂੰ ਪੂਰਿਆ ਕਰਿਆ ਕਰਦੇ। ਇੱਕ ਵਾਰੀ ਸਤਿਗੁਰੂ ਜੀ ਗੰਗਾ ਦਾ ਇਸ਼ਨਾਨ ਕਰਨ ਤੋਂ ਉਪਰੰਤ ਬਾਅਦ ਵਿੱਚ ਆਰਾਮ ਕਰਨ ਵਾਸਤੇ ਲੰਮੇ ਪਏ ਹੋਏ, ਦੁਰਗਾ ਦੱਤ ਨਾਮ ਦਾ ਇੱਕ ਪੰਡਤ ਬ੍ਰਾਹਮਣ ਹੈ, ਜਿਸ ਨੇ ਗੁਰਮੁਖੋ ਸਾਮੁੰਦਰਕ ਵਿਦਿਆ ਪੜ੍ਹੀ ਹੋਈ ਹੈ। ਸਾਮੁੰਦਰਕ ਵਿਦਿਆ ਇਹ ਹੁੰਦੀ ਹੈ ਕਿ ਸਰੀਰ ਦੇ ਲੱਛਣਾਂ ਤੋਂ ਵੇਖ ਕੇ, ਜਾਂ ਕਹਿ ਲਈਏ ਵੀ ਜਿਹੜੀਆਂ ਸਾਡੇ ਸਰੀਰ ਦੀਆਂ ਰੇਖਾ ਹਨ, ਉਹਨੂੰ ਵੇਖ ਕੇ ਭਵਿੱਖ ਜਾਣ ਲੈਣਾ। ਗੁਰੂ ਅਮਰਦਾਸ ਪਾਤਸ਼ਾਹ ਜਿਸ ਵੇਲੇ ਬਿਰਾਜੇ ਹੋਏ, ਮਹਾਰਾਜ ਸਾਹਿਬ ਜੀਆਂ ਦੇ ਚਰਨਾਂ ਦੇ ਵਿੱਚ ਪਦਮ ਦਾ ਜਿਹੜਾ ਹੈ ਉਹ ਨਿਸ਼ਾਨ ਹੈ। ਇਹ ਜਿਹੜਾ ਪੰਡਤ ਸੀ ਦੁਰਗਾ ਦਾਤੇ ਨੇ ਆਪਣੀ ਜੋਸ਼ ਵਿਦਿਆ ਜਾਂ ਆਪਣੀ ਵਿਦਿਆ ਦੇ ਮੁਤਾਬਕ ਵਿਚਾਰਿਆ ਵੀ ਇਹ ਤਾਂ ਕੋਈ ਸ਼ਹਿਨਸ਼ਾਹ ਹੈ ਜੋ ਆਪਣਾ ਭੇਸ ਬਦਲ ਕੇ ਲੰਮੇ ਪਏ ਹੋਏ, ਅਤੇ ਜਾਂ ਇਹ ਫਿਰ ਕੋਈ ਰੱਬੀ ਅਵਤਾਰ ਹਨ। ਸਤਿਗੁਰਾਂ ਦੇ ਕੋਲ ਹੀ ਬੈਠਾ ਰਿਹਾ, ਮਹਾਰਾਜ ਨੂੰ ਉਠਾਇਆ ਨਹੀਂ ਹੈ। ਜਦੋਂ ਪਾਤਸ਼ਾਹ ਜੀ ਉੱਠੇ, ਇਸ ਬ੍ਰਾਹਮਣ ਨੇ ਆਖਿਆ, ਮਹਾਰਾਜ ਆਪ ਕੌਣ ਹੋ? ਅਤੇ ਸਤਿਗੁਰਾਂ ਨੇ ਅੱਗੋਂ ਸਿੱਧਾ ਜਿਹਾ ਹੀ ਜਵਾਬ ਦਿੱਤਾ। ਕਹਿਣ ਲੱਗੇ, ਭਾਈ ਸਾਨੂੰ ਕੀ ਪਤਾ ਵੀ ਅਸੀਂ ਕੌਣ ਹਾਂ। ਇੰਨਾ ਬਚਨ ਕਹਿ ਕੇ
ਜਦੋਂ ਸਤਿਗੁਰੂ ਆਪਣੀ ਜੇਬ ਦੇ ਵਿੱਚੋਂ ਦਾਨ ਕੱਢ ਕੇ ਦੇਣ ਲੱਗੇ, ਇਸ ਬ੍ਰਾਹਮਣ ਨੇ ਦਾਨ ਲੈਣ ਤੋਂ ਮਨਾ ਕਰ ਦਿੱਤਾ। ਪਾਤਸ਼ਾਹ ਕਹਿਣ ਲੱਗੇ ਕੀ ਕਾਰਨ ਹੈ? ਕਹਿਣ ਲੱਗਾ ਜੀ, ਜਾਂ ਤੇ ਆਪ ਜੀ ਕੋਈ ਚੱਕਰਵਰਤੀ ਬਾਦਸ਼ਾਹ ਹੋ, ਜਾਂ ਆਪ ਕੋਈ ਰੱਬੀ ਅਵਤਾਰ ਹੋ, ਆਪ ਦੋਨਾਂ ਵਿੱਚੋਂ ਕੌਣ ਹੋ? ਪਾਤਸ਼ਾਹ ਕਹਿਣ ਲੱਗੇ, ਭਾਈ ਦੋਨਾਂ ਵਿੱਚੋਂ ਅਸੀਂ ਤੇ ਕੋਈ ਵੀ ਨਹੀਂ, ਅਸੀਂ ਤੇ ਆਮ ਇੱਕ ਸਿੱਧੇ ਸਾਦੇ ਵਿਅਕਤੀ ਹਾਂ ਤੇ ਦਰਸ਼ਨ ਕਰਨ ਵਾਸਤੇ ਆਏ ਹਾਂ। ਉਸ ਵੇਲੇ ਉਹ ਦੁਰਗਾ ਦੱਤ ਨਾਮ ਦਾ ਜਿਹੜਾ ਬ੍ਰਾਹਮਣ ਹੈ ਉਹ ਕਹਿਣ ਲੱਗਾ ਵੀ ਨਹੀਂ, ਇਸ ਤਰ੍ਹਾਂ ਨਹੀਂ ਹੋ ਸਕਦਾ ਹੈ, ਮੇਰੀ ਵਿੱਦਿਆ ਜਿਹੜੀ ਹੈ ਉਹ ਨਿਸਫਲ ਨਹੀਂ ਜਾਣੀ ਹੈ। ਤੁਸੀਂ ਜਾਂ ਤੇ ਰੱਬੀ ਅਵਤਾਰ ਬਣ ਕੇ ਪ੍ਰਗਟ ਹੋਵੋਗੇ ਤੇ ਜਾਂ ਫਿਰ ਤੁਸੀਂ ਸ਼ਹਿਨਸ਼ਾਹ ਬਣੋਗੇ। ਮੈਂ ਇਹ ਦਾਨ ਵੀ ਉਦੋਂ ਹੀ ਲਵਾਂਗਾ ਜਦੋਂ ਇਹ ਲੱਛਣ ਤੁਹਾਡੇ ਉੱਪਰ ਪ੍ਰਗਟ ਹੋ ਜਾਣਗੇ। ਹੁਣ ਪੰਡਤ ਦੁਰਗੇ ਦੇ ਮਨ ਵਿੱਚ ਇਹ ਵਿਚਾਰ ਆਈ ਹੈ ਵੀ ਜੇ ਇਹ ਸ਼ਹਿਨਸ਼ਾਹ ਬਣ ਗਿਆ ਤੇ ਫਿਰ ਮੈਨੂੰ ਦਾਨ ਹੀ ਇੰਨਾ ਦੇਣਗੇ, ਉਦੋਂ ਮੰਗਾਂਗਾ ਜਾ ਕੇ, ਮੇਰੀਆਂ ਕੁੱਲਾਂ ਤਰ ਜਾਣਗੀਆਂ, ਪੀੜ੍ਹੀਆਂ ਤੱਕ ਨਹੀਂ ਮੁੱਕੇਗਾ। ਹੁਣ ਮੈਨੂੰ ਕਿੰਨਾ ਕੁ ਦਾਨ ਦੇ ਦੇਣਗੇ, ਕੁਝ ਪੈਸੇ ਦੇਣਗੇ, ਮੈਨੂੰ ਫਿਰ ਜਾ ਕੇ ਘਰਾਂ ਵਿੱਚ ਮੰਗਣਾ ਪੈਣਾ ਹੈ। ਕਿਉਂ ਨਾ ਹੋਵੇ ਇਹ ਦਾਨ ਮੈਂ ਉਦੋਂ ਹੀ ਲਵਾਂ ਜਦੋਂ ਇਹ ਸ਼ਹਿਨਸ਼ਾਹ ਬਣ ਜਾਣ, ਤੇ ਜੇ ਰੱਬੀ ਅਵਤਾਰ ਬਣ ਕੇ ਪ੍ਰਗਟ ਹੋਏ ਤੇ ਫਿਰ ਇਹਨਾਂ ਕੋਲੋਂ ਮੁਕਤੀ ਦੀ ਦਾਤ ਮੈਂ ਲਵਾਂਗਾ। ਕਹਿਣ ਲੱਗਾ, ਮਹਾਰਾਜ ਇਹ ਮੇਰਾ ਬਚਨ ਤੁਹਾਡੇ ਨਾਲ ਉਧਾਰ ਰਿਹਾ ਕਿ ਜਦੋਂ ਸਮਾਂ ਆਵੇਗਾ ਉਦੋਂ ਤੁਹਾਡੇ ਕੋਲੋਂ ਇਹ ਦਾਤ ਮੈਂ ਮੰਗਾਂਗਾ। ਸਤਿਗੁਰੂ ਕਹਿਣ ਲੱਗੇ, ਚਲੋ ਭਾਈ ਤੇਰੀ ਮਰਜ਼ੀ ਹੈ, ਜਿਸ ਤਰ੍ਹਾਂ ਠੀਕ ਲੱਗਦਾ ਉਸੇ ਤਰ੍ਹਾਂ ਕਰ ਲਾ। ਇੱਥੇ ਮਹਾਰਾਜ ਜੀਆਂ ਨੂੰ ਇੱਕ ਵੈਸ਼ਨਵ ਸਾਧ ਮਿਲਿਆ ਜਿਹੜਾ ਮਹਾਰਾਜ ਸਾਹਿਬ ਜੀਆਂ ਦੇ ਬਚਨ ਸੁਣ ਕੇ ਬੜਾ ਪ੍ਰਭਾਵਿਤ ਹੋਇਆ, ਔਰ ਸਤਿਗੁਰੂ ਪਾਤਸ਼ਾਹ ਵੀ ਉਸਦੇ ਬਚਨਾਂ ਦੇ ਨਾਲ ਬੜੇ ਪ੍ਰਭਾਵਿਤ ਹੋਏ। ਸੋ ਚੱਲ ਪਏ ਆਪਣੇ ਨਗਰ ਨੂੰ ਵਾਪਸ ਆਉਣ ਵਾਸਤੇ। ਤੇ ਗੁਰਮੁਖੋਂ ਬਚਨ ਆਉਂਦਾ ਹੈ ਕਿ ਸਤਿਗੁਰੂ ਪਾਤਸ਼ਾਹ ਜੀ ਉਸ ਸਾਧੂ ਨੂੰ ਆਪਣੇ ਘਰ ਆਪਣੇ ਨਾਲ ਹੀ ਲੈ ਆਏ। ਸੋ ਸਤਿਗੁਰਾਂ ਦੇ ਜਿਸ ਤਰ੍ਹਾਂ ਕਿ ਗ੍ਰਸਤੀ ਬੰਦੇ ਦਾ ਧਰਮ ਹੋਇਆ ਕਰਦਾ, ਪ੍ਰਸ਼ਾਦੇ ਪਾਣੀ ਦੀ ਸੇਵਾ ਕਰਨੀ ਹੈ, ਇਸ਼ਨਾਨ ਪਾਣ ਦੀ ਸੇਵਾ ਕਰਾਉਣੀ ਹੈ, ਸਾਰਾ ਕੁਝ ਪ੍ਰਸ਼ਾਦਾ ਭੋਜਨ ਬਣਾ ਕੇ ਰਾਤ ਨੂੰ ਸਾਧੂ ਦੀ ਸੇਵਾ ਕੀਤੀ ਹੈ ਤੇ ਕੋਠਿਆਂ ਦੇ ਉੱਪਰ ਮੰਜੇ ਢਾਹ ਲਿਆ ਆਰਾਮ ਕਰਨ ਵਾਸਤੇ। ਰਾਤ ਨੂੰ ਕਈ ਤਰ੍ਹਾਂ ਦੇ ਬਚਨ ਵਿਲਾਸ ਹੁੰਦੇ ਰਹੇ। ਉਸ ਵੇਲੇ ਉਹ ਸਾਧੂ ਨੇ ਪੁੱਛ ਹੀ ਲਿਆ, ਗੁਰਮੁਖ ਨੇ, ਕਹਿਣ ਲੱਗਾ ਜੀ ਤੁਹਾਡਾ ਗੁਰੂ ਕੌਣ ਹੈ? ਤੇ ਗੁਰੂ ਅਮਰਦਾਸ ਪਾਤਸ਼ਾਹ ਕਹਿਣ ਲੱਗੇ ਵੀ ਅਸੀਂ ਤੇ ਅਜੇ ਕਿਸੇ ਨੂੰ ਗੁਰੂ ਬਣਾਇਆ ਹੀ ਨਹੀਂ ਹੈ, ਸਾਨੂੰ ਤੇ ਗੁਰੂ ਬਾਰੇ ਪਤਾ ਹੀ ਨਹੀਂ ਹੈ ਵੀ ਗੁਰੂ ਨੂੰ ਕਿਵੇਂ ਧਾਰਨ ਕਰੀਦਾ ਹੈ। ਜਦੋਂ ਇਹ ਬਚਨ ਉਹ ਸਾਧੂ ਨੇ ਸੁਣੇ, ਵੈਸ਼ਨਵ ਸਾਧ ਨੇ ਸੁਣੇ, ਬੜਾ ਗੁੱਸਾ ਆਇਆ। ਕਹਿਣ ਲੱਗਾ ਮੈਂ ਬੜੇ ਜਪ ਕੀਤੇ, ਬੜੇ ਤਪ ਕੀਤੇ, ਬੜੀ ਘਾਲਨਾ ਕੀਤੀ, ਬੜੀਆਂ ਯਾਤਰਾਵਾਂ ਕੀਤੀਆਂ, ਅੱਜ ਮੈਨੂੰ ਨਿਗੁਰੇ ਬੰਦੇ ਦੀ ਸੰਗਤ ਪ੍ਰਾਪਤ ਹੋਣ ਦੇ ਨਾਲ ਮੇਰਾ ਸਭ ਕੁਝ ਜਿਹੜਾ ਹੈ ਉਹ ਘਾਟੇ ਵਿੱਚ ਚਲਾ ਗਿਆ ਹੈ। ਜੇ ਮੈਨੂੰ ਪਤਾ ਹੁੰਦਾ ਵੀ ਤੁਸੀਂ ਨਿਗੁਰੇ ਹੋ, ਮੈਂ ਤੁਹਾਡੀ ਸੰਗਤ ਨਾ ਕਰਦਾ, ਤੁਹਾਡੇ ਘਰ ਦਾ ਭੋਜਨ ਨਾ ਛਕਦਾ। ਇਸ ਤਰ੍ਹਾਂ ਦੇ ਕਰੜੇ ਬਚਨ ਕਹਿ ਕੇ ਇਹ ਸਾਧੂ ਫਿਰ ਘਰ ਵਿੱਚ ਨਹੀਂ ਰੁਕਿਆ ਹੈ, ਉੱਠ ਪਿਆ ਮੰਜੇ ਤੋਂ, ਮੈਂ ਨਹੀਂ ਇੱਥੇ ਰਵਾਂਗਾ। ਇਸ ਤਰ੍ਹਾਂ ਦੇ ਬਚਨ ਕਰਕੇ ਵੀ ਨਿਗੁਰੇ ਦੀ ਸੰਗਤ ਕੀਤੀ ਹੈ, ਮੇਰੇ ਕੋਲੋਂ ਵੱਡਾ ਪਾਪ ਹੋ ਗਿਆ ਹੈ। ਉਹ ਸਾਧੂ ਤੇ ਗੁਰਮੁਖੋਂ ਉੱਠ ਕੇ ਚਲੇ ਗਿਆ। ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀਆਂ ਦੇ ਮਨ ਦੇ ਉੱਪਰ ਇਹ ਬੜੀ ਗੱਲ ਚੁਭੀ ਹੈ, ਬੜੀ ਗੱਲ ਨੇ ਚੋਟ ਕੀਤੀ ਹੈ। ਮਨਾ ਇੰਨੀ ਵੱਡੀ ਉਮਰ ਹੋ ਗਈ, 70 ਸਾਲ ਦੇ ਲਾਗੇ ਬੰਨੇ ਸਰੀਰ ਦੀ ਅਵਸਥਾ ਪਹੁੰਚ ਗਈ ਹੈ, ਅਜੇ ਤੱਕ ਗੁਰੂ ਹੀ ਨਹੀਂ ਧਾਰਨ ਕੀਤਾ ਤੇ ਪ੍ਰਾਪਤੀ ਕਿਵੇਂ ਹੋਵੇਗੀ? ਸਾਰੀ ਰਾਤ ਨੀਂਦ ਨਹੀਂ ਪੈਂਦੀ ਹੈ, ਕਦੇ ਮੰਜੇ 'ਤੇ ਲੰਮੇ ਪੈ ਜਾਂਦੇ, ਕਦੇ ਉੱਠ ਕੇ ਬੈਠ ਜਾਂਦੇ, ਸੋਚਦੇ ਰਹਿੰਦੇ ਕਿ ਵਾਕਿਆ ਹੀ ਸਾਧੂ ਦੇ ਬਚਨ ਸੱਚੇ, ਅਸੀਂ ਤੇ ਨਗੁਰੇ ਹਾਂ। ਗੁਰਮੁਖੋਂ ਸੋਚਦਿਆਂ ਸੋਚਦਿਆਂ ਉਸ ਵੇਲੇ ਅੰਮ੍ਰਿਤ ਵੇਲਾ ਹੋ ਗਿਆ। ਸਤਿਗੁਰਾਂ ਦੇ ਛੋਟੇ ਭਰਾ ਜਿਹੜੇ ਸਨ, ਉਹਨਾਂ ਦੇ ਪੁੱਤਰ ਦੇ ਨਾਲ ਧੰਨ ਗੁਰੂ ਅੰਗਦ ਦੇਵ ਮਹਾਰਾਜ ਸਾਹਿਬ ਜੀਆਂ ਦੀ ਸਪੁੱਤਰੀ ਬੀਬੀ ਅਮਰੋ ਦਾ ਆਨੰਦ ਕਾਰਜ ਵਿਆਹ ਹੋਇਆ ਹੈ। ਤੇ ਗੁਰੂ ਘਰ ਦੀ ਜਿਹੜੀ ਮਰਿਆਦਾ, ਸੰਸਕਾਰ ਜਿਹੜੇ ਗੁਰੂ ਘਰ ਦੇ ਵੱਲੋਂ ਬੱਚਿਆਂ ਨੂੰ ਮਿਲੇ ਕਿ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਨਾ ਔਰ ਬਾਣੀ ਪੜ੍ਹਨੀ ਹੈ। ਬੀਬੀ ਅਮਰੋ ਜੀ ਅੰਮ੍ਰਿਤ ਵੇਲੇ ਉੱਠੇ, ਇਸ਼ਨਾਨ ਕੀਤਾ, ਦੁੱਧ ਵਿੱਚ ਮਧਾਣੀ ਪਾਈ ਹੈ, ਨਾਲ ਹੀ ਗੁਰਬਾਣੀ ਦੇ ਸ਼ਬਦਾਂ ਦਾ ਜਾਪ ਸ਼ੁਰੂ ਕਰ ਦਿੱਤਾ। ਸੋ ਉਸ ਵੇਲੇ ਗੁਰਬਾਣੀ ਪੜ੍ਹਦੇ ਪਏ। ਬਾਣੀ ਪੜ੍ਹਨ ਦੀ ਆਵਾਜ਼ ਧੰਨ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੇ ਕੰਨਾਂ ਵਿੱਚ ਪਈ ਹੈ। ਬੜਾ ਆਨੰਦ ਤੇ ਬੜੀ ਸ਼ਾਂਤੀ ਆਈ ਹੈ। ਕੰਧ ਦਾ ਓਹਲਾ ਲੈ ਕੇ ਮਹਾਰਾਜ ਸਾਹਿਬ ਜੀ ਬਚਨ ਬਾਣੀ ਦੇ ਸਰਵਣ ਕਰਦੇ ਰਹੇ। ਮਹਾਰਾਜ ਜਾਣਦੇ ਸਨ ਵੀ ਅਸੀਂ ਇਸ ਲੜਕੀ ਦੇ ਜੋ ਸਹੁਰਾ ਸਾਹਿਬ ਦੇ ਵੱਡੇ ਭਰਾ ਹਾਂ,
ਜੇ ਅਸੀਂ ਸਾਹਮਣੇ ਹੋ ਗਏ ਨੇ ਸੰਕੋਚ ਕਰਕੇ ਸੰਗ ਜਾਣਾ ਹੈ। ਸੋ ਬਚਨ ਸੁਣਦੇ ਰਹੇ। ਜਦੋਂ ਬੀਬੀ ਜੀ ਨੇ ਗੁਰਬਾਣੀ ਨੂੰ ਸੰਪੂਰਨ ਕੀਤਾ, ਉਸ ਵੇਲੇ ਧੰਨ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਨੇ ਪੁੱਛਿਆ, ਕਹਿਣ ਲੱਗੇ, ਧੀਏ ਇਹ ਜੋ ਬਚਨ ਪੜ੍ਹੇ ਸਵੇਰੇ ਉੱਠ ਕੇ ਬੜੇ ਮਨ ਨੂੰ ਸ਼ਾਂਤੀ ਦੇਣ ਵਾਲੇ, ਇਹ ਬਚਨ ਆਪ ਜੀ ਨੇ ਕਿੱਥੋਂ ਗ੍ਰਹਿਣ ਕੀਤੇ ਨੇ? ਇਹ ਕਿਹੜੇ ਸਤਿਗੁਰਾਂ ਨੇ ਐਸੀ ਬਖਸ਼ਿਸ਼ ਕੀਤੀ ਹੈ? ਉਸ ਵੇਲੇ ਬੀਬੀ ਅਮਰੋ ਜੀ ਕਹਿਣ ਲੱਗੇ ਜੀ ਇਹ ਗੁਰੂ ਨਾਨਕ ਸਾਹਿਬ ਪਾਤਸ਼ਾਹ ਦੀ ਬਾਣੀ ਹੈ। ਸੋ ਉਹ ਬਾਣੀ ਅਸੀਂ ਪੜ੍ਹਦੇ ਪਏ ਸੀ। ਕਹਿਣ ਲੱਗੇ ਸਾਡੇ ਮਨ ਨੂੰ ਬੜੀ ਸ਼ਾਂਤੀ ਆਈ, ਗੁਰੂ ਨਾਨਕ ਦੇ ਪਾਤਸ਼ਾਹ ਕਿੱਥੇ ਮਿਲਣਗੇ? ਬੀਬੀ ਅਮਰੋ ਜੀ ਕਹਿਣ ਲੱਗੇ ਵੀ ਉਹ ਤੇ ਸਰੀਰ ਛੱਡ ਕੇ ਸੱਚਖੰਡ ਨੂੰ ਚਲੇ ਗਏ। ਉਹਨਾਂ ਦੀ ਜਗ੍ਹਾ ਦੇ ਉੱਪਰ, ਉਹਨਾਂ ਦੀ ਗੱਦੀ ਦੇ ਉੱਪਰ ਸਾਡੇ ਸਤਿਕਾਰਯੋਗ ਪਿਤਾ ਗੁਰੂ ਅੰਗਦ ਸਾਹਿਬ ਪਾਤਸ਼ਾਹ ਬੈਠੇ ਹੋਏ ਨੇ। ਉਸ ਵੇਲੇ ਗੁਰੂ ਅਮਰਦਾਸ ਪਾਤਸ਼ਾਹ ਕਹਿਣ ਲੱਗੇ, ਫਿਰ ਸਾਨੂੰ ਉਹਨਾਂ ਦੇ ਕੋਲ ਲੈ ਚੱਲੋ, ਅਸੀਂ ਉਹਨਾਂ ਦੇ ਦਰਸ਼ਨ ਕਰਕੇ ਗੁਰੂ ਧਾਰਨ ਕਰ ਲਈਏ। ਬੀਬੀ ਅਮਰੋ ਜੀ ਕਹਿਣ ਲੱਗੇ ਕਿ ਜਿਸ ਵੇਲੇ ਮੇਰੀ ਡੋਲੀ ਤੁਰੀ ਹੈ, ਉਸ ਵੇਲੇ ਪਿਤਾ ਜੀ ਦਾ ਹੁਕਮ ਸੀ ਜਿੰਨਾ ਚਿਰ ਬੁਲਾਈਏ ਨਾ ਉਹਨਾਂ ਚਿਰ ਪੇਕੇ ਘਰ ਆਉਣਾ ਨਹੀਂ ਹੈ। ਸੋ ਉਹਨਾਂ ਨੇ ਸਾਨੂੰ ਸੁਨੇਹਾ ਨਹੀਂ ਭੇਜਿਆ ਹੈ, ਅਸੀਂ ਉਹਨਾਂ ਦੇ ਹੁਕਮ ਤੋਂ ਬਿਨਾਂ ਕਿਵੇਂ ਚਲੇ ਜਾਈਏ? ਉਸ ਵੇਲੇ ਗੁਰੂ ਅਮਰਦਾਸ ਪਾਤਸ਼ਾਹ ਕਹਿਣ ਲੱਗੇ, ਧੀਏ ਮੈਂ ਵੀ ਤੇ ਤੇਰਾ ਪਿਤਾ ਹੀ ਹਾਂ। ਜੇ ਉਹਨਾਂ ਨੇ ਨਹੀਂ ਬੁਲਾਇਆ ਤੇ ਤਾਂ ਕੀ ਹੋਇਆ? ਤੂੰ ਮੇਰੇ ਕਹਿਣ ਕਰਕੇ ਚੱਲ, ਮੈਂ ਆਪ ਬੇਨਤੀ ਕਰ ਲਵਾਂਗਾ ਸਤਿਗੁਰਾਂ ਨੂੰ ਜਾ ਕੇ। ਸੋ ਇਹ ਪਰੰਪਰਾ ਸੀ ਸਾਡੇ ਵੱਡੇ ਵਡੇਰਿਆਂ ਦੀ, ਅਤੇ ਘਰਾਂ ਦੇ ਵਿੱਚ ਇਸ ਤਰ੍ਹਾਂ ਸ਼ਾਂਤੀ ਸੁੱਖ ਅਤੇ ਪਰਿਵਾਰਾਂ ਦਾ ਮਿਲਾਪ ਬਣਿਆ ਰਹਿੰਦਾ ਸੀ। ਅੱਜ ਕੱਲ੍ਹ ਦਾ ਗੁਰਮੁਖੋ ਸਮਾਂ ਹੀ ਬਦਲ ਗਿਆ ਹੈ, ਪਰ ਆਪਾਂ ਇਸ ਪਾਸੇ ਨੂੰ ਨਹੀਂ ਜਾਵਾਂਗੇ। ਆਪਾਂ ਗੁਰੂ ਪਾਤਸ਼ਾਹ ਦਾ ਇਤਿਹਾਸ ਸਰਵਣ ਕਰੀਏ। ਬੀਬੀ ਅਮਰੋ ਜੀ ਧੰਨ ਗੁਰੂ ਅਮਰਦਾਸ ਪਾਤਸ਼ਾਹ ਨੂੰ ਲੈ ਕੇ ਖਡੂਰ ਸਾਹਿਬ ਪਹੁੰਚ ਗਏ। ਸਤਿਗੁਰਾਂ ਨੂੰ ਥੋੜ੍ਹਾ ਦੂਰ ਖੜਿਆਂ ਕਰਕੇ ਆਪ ਚਲੇ ਗਏ। ਪਹਿਲਾਂ ਦਰਸ਼ਨ ਕਰਨ ਵਾਸਤੇ ਬੀਬੀ ਅਮਰੋ ਜੀ ਗੁਰੂ ਅੰਗਦ ਦੇ ਪਾਤਸ਼ਾਹ ਦੇ ਚਰਨਾਂ 'ਤੇ ਮੱਥਾ ਟੇਕਿਆ। ਸਤਿਗੁਰਾਂ ਨੇ ਵੇਖ ਕੇ ਬਚਨ ਆਖਿਆ, ਕਹਿਣ ਲੱਗੇ, ਬੀਬੀ ਤੁਹਾਨੂੰ ਬੁਲਾਇਆ ਨਹੀਂ ਹੈ ਅਤੇ ਤੁਹਾਨੂੰ ਬਚਨ ਕਿਹਾ ਸੀ ਵੀ ਜਿੰਨਾ ਚਿਰ ਨਾ ਬੁਲਾਈਏ ਉਹਨਾਂ ਚਿਰ ਆਉਣਾ ਨਹੀਂ ਹੈ। ਅਤੇ ਦੂਜੀ ਗੱਲ ਹੈ, ਜਿਨ੍ਹਾਂ ਨੂੰ ਨਾਲ ਲੈ ਕੇ ਆਏ ਹੋ ਉਹਨਾਂ ਨੂੰ ਬਾਹਰ ਕਿਉਂ ਖੜਿਆਂ ਕਰ ਦਿੱਤਾ? ਫਿਰ ਨਾਲ ਹੀ ਅੰਦਰ ਲੈ ਕੇ ਆਉਣਾ ਸੀ। ਉਸ ਵੇਲੇ ਬੀਬੀ ਅਮਰੋ ਜੀ ਕਹਿਣ ਲੱਗੇ, ਸਤਿਗੁਰੂ ਸੋ ਮੇਰੇ ਸਹੁਰਾ ਸਾਹਿਬ ਦਾ ਹੁਕਮ ਹੋਇਆ ਤੁਹਾਡੇ ਦਰਸ਼ਨ ਕਰਨ ਦਾ, ਇਸ ਕਰਕੇ ਮੈਨੂੰ ਆਉਣਾ ਪਿਆ। ਉਹ ਵੀ ਤਾਂ ਮੇਰੇ ਪਿਤਾ ਹੀ ਲੱਗਦੇ, ਮੈਂ ਉਹਨਾਂ ਦੀ ਆਗਿਆ ਕਿਵੇਂ ਮੋੜ ਦਿੰਦੀ? ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਸਾਹਿਬ ਜੀ ਦਰਬਾਰ ਵਿੱਚ ਆਏ। ਗੁਰੂ ਅੰਗਦ ਦੇ ਮਹਾਰਾਜ ਸਾਹਿਬ ਜੀ ਉੱਠ ਕੇ ਖੜ੍ਹੇ ਹੋ ਗਏ ਵੀ ਸਾਡੇ ਕੁੜਮ ਸਾਹਿਬ ਆਏ ਨੇ, ਗੱਲ ਲੱਗ ਕੇ ਮਿਲੀਏ, ਸਤਿਕਾਰ ਕਰੀਏ। ਉਸ ਵੇਲੇ ਗੁਰੂ ਅਮਰਦਾਸ ਪਾਤਸ਼ਾਹ ਨੇ ਹੱਥ ਜੋੜ ਕੇ ਆਖਿਆ, ਕਹਿਣ ਲੱਗੇ, ਮਹਾਰਾਜ ਸਾਹਿਬ ਜੀ ਅੱਜ ਅਸੀਂ ਰਿਸ਼ਤੇਦਾਰੀ ਕਰਕੇ ਨਹੀਂ ਆਏ ਹਾਂ, ਅਤੇ ਅੱਜ ਅਸੀਂ ਸੇਵਕ ਬਣ ਕੇ ਆਏ ਹਾਂ, ਸਿੱਖ ਬਣ ਕੇ ਆਏ ਹਾਂ, ਸਾਨੂੰ ਆਪਣੇ ਚਰਨਾਂ 'ਤੇ ਮੱਥਾ ਟੇਕ ਲੈਣ ਦਿਓ। ਸੋ ਇਹ ਜਿਹੜਾ ਰਿਸ਼ਤੇਦਾਰੀ ਦਾ ਆਪਣਾ ਵਿਚਰਨਾ ਹੈ, ਮਿਲਣਾ ਹੈ, ਮਹਾਰਾਜ ਇਹ ਰਹਿਣ ਦਿਓ, ਸਿੱਖ ਅਤੇ ਗੁਰੂ ਦਾ ਮਿਲਣਾ ਅੱਜ ਬਖਸ਼ਿਸ਼ ਹੋਵੇ। ਇਸ ਤਰ੍ਹਾਂ ਕਹਿ ਕੇ ਗੁਰੂ ਅਮਰਦਾਸ ਪਾਤਸ਼ਾਹ ਉਮਰਾਂ ਦੇ ਵਿੱਚ ਵੱਡੇ ਨੇ, ਜਾ ਕੇ ਮੱਥਾ ਟੇਕਿਆ ਮਹਾਰਾਜ ਸਾਹਿਬ ਜੀਆਂ ਦੇ ਚਰਨਾਂ ਦੇ ਉੱਪਰ। ਸੇਵਾ ਮੰਗੀ ਹੈ, ਮਹਾਰਾਜ ਸੇਵਾ ਬਖਸ਼ੋ। ਜਲ ਢੋਣ ਦੀ ਗੁਰਮੁਖੋ ਸੇਵਾ ਮਿਲੀ ਹੈ। ਗੁਰੂ ਅਮਰਦਾਸ ਪਾਤਸ਼ਾਹ ਸੇਵਾ ਕਰਦੇ, ਸੇਵਾ ਕਰਦਿਆਂ ਕਰਦਿਆਂ ਕਠਿਨ ਸੇਵਾ, ਜਲ ਦੇ ਢੋਣ ਦੀ ਸੇਵਾ। 71 ਸਾਲ ਦੀ ਉਮਰਾ ਮਹਾਰਾਜ ਸਾਹਿਬ ਜੀ ਜਦੋਂ ਸੇਵਾ ਦੇ ਵਿੱਚ ਪਹੁੰਚੇ, ਉਸ ਵੇਲੇ ਗਾਗਰ ਚੁੱਕ ਲਈ ਪਾਣੀ ਲਿਆਉਣ ਵਾਸਤੇ, ਬਿਆਸ ਦਰਿਆ ਤੋਂ ਪਾਣੀ ਭਰ ਕੇ ਲਿਆਉਂਦੇ ਅਤੇ ਸਤਿਗੁਰਾਂ ਦਾ ਇਸ਼ਨਾਨ ਕਰਵਾਉਂਦੇ। ਫਿਰ ਗਾਗਰਾਂ ਜਲਦੀਆਂ ਭਰ ਕੇ ਲਿਆਉਂਦੇ, ਲੰਗਰਾਂ ਦੇ ਵਿੱਚ ਸੰਗਤਾਂ ਦੇ ਪੀਣ ਵਾਸਤੇ, ਪ੍ਰਸ਼ਾਦਾ ਬਣਾਉਣ ਵਾਸਤੇ ਪ੍ਰਬੰਧ ਕਰਦੇ। ਲੱਕੜਾਂ ਵੱਢ ਕੱਟ ਕੇ ਜੰਗਲ ਵਿੱਚੋਂ ਲਿਆਉਂਦੇ ਅਤੇ ਜਿਹੜੇ ਲੰਗਰ ਪ੍ਰਸ਼ਾਦਾ ਬਣਾਉਣ ਵਾਲੇ ਸਿੱਖਾਂ ਦੀ, ਉਹਨਾਂ ਦੀ ਵੀ ਸਹਾਇਤਾ ਕਰਦੇ। ਇਸ ਤਰ੍ਹਾਂ ਸੇਵਾ ਕਰਦਿਆਂ 1 ਸਾਲ ਬਤੀਤ ਹੋਇਆ। ਗੁਰੂ ਅੰਗਦ ਦੇ ਪਾਤਸ਼ਾਹ ਨੇ 1.5 ਕੁ ਗਜ ਦਾ ਇਹ ਕੱਪੜਾ, ਜਿਹੜਾ ਜਿਸ ਨੂੰ ਆਪਾਂ ਸਿਰੋਂ ਪਾਓ ਕਹਿ ਦਿੰਦੇ ਹਾਂ, 1 ਸਾਲ ਦੀ ਕਠਿਨ ਸੇਵਾ ਤੋਂ ਬਾਅਦ ਮਿਲਿਆ ਹੈ। ਇਹ ਗੁਰੂ ਘਰ ਦੀ ਪਰੰਪਰਾ ਮਰਿਆਦਾ ਹੈ ਕਿ ਗੁਰਮੁਖੋ ਜਿਹੜਾ ਸੇਵਾ ਕਰੇ ਘੱਲ ਨਾ ਘਾਲੇ ਨਾ, ਜਿਹਦੇ ਉੱਪਰ ਗੁਰੂ ਦੀ ਪ੍ਰਸੰਨਤਾ ਹੋਵੇ ਉਹਨੂੰ ਇਹ ਸਿਰੋਂ ਪਾਓ ਮਿਲਦਾ ਹੈ। ਅੱਜ ਆਪਾਂ ਜਣੇ ਖਣੇ ਨੂੰ, ਜਿਹੜਾ ਗੁਰੂ ਵਾਲਾ ਵੀ ਹੈ, ਜਿਹੜਾ ਨਿਗੁਰਾ ਵੀ ਹੈ, ਜਿਹਨੇ ਕਦੇ ਰੱਬ ਦਾ ਨਾਂ ਨਹੀਂ ਲਿਆ, ਕੁਕਰਮੀ ਵੀ ਹੈ, ਪਖੰਡੀ ਵੀ ਹੈ, ਜੋ ਵੀ ਚੱਲ ਕੇ ਆ ਜਾਵੇ ਗੁਰੂ ਦਰਬਾਰ ਵਿੱਚ ਸੰਗਤ ਵਿੱਚ, ਅਤੇ ਸਾਡੇ ਪ੍ਰਬੰਧਕ ਨਾਲ ਫੋਟੋ ਖਿਚਾਉਣ ਦੇ ਚਾਅ ਦੇ ਵਿੱਚ ਐਵੇਂ ਚੋਕੇ ਸਰੋਪਾ ਪਾ ਕੇ ਗੁਰੂ ਘਰ ਦੀ ਸਰੋਪੇ ਦੀ ਤੌਹੀਨ ਕਰਦੇ। ਇਹ ਪਰੰਪਰਾ ਗਲਤ ਹੋ ਚੁੱਕੀ ਹੈ। ਸੋ ਰੋਹ ਵਿਚਾਰ
ਇੱਕ ਸਿਰੋਂ ਪਾਓ 1 ਸਾਲ ਪਿੱਛੋਂ ਮਿਲਿਆ। ਇਸ ਤਰ੍ਹਾਂ ਕਰਦਿਆਂ ਕਰਦਿਆਂ ਗੁਰਮੁਖੋ ਦੂਜੇ ਸਾਲ ਦੂਜਾ ਸਿਰੋਂ ਪਾਓ, ਤੀਜੇ ਸਾਲ ਤੀਜਾ ਸਿਰੋਂ ਪਾਓ, ਕਰਦਿਆਂ ਕਰਦਿਆਂ 12 ਸਾਲ ਦੀ ਕਠਿਨ ਸੇਵਾ ਮਹਾਰਾਜ ਜੀਆਂ ਨੇ ਕੀਤੀ ਹੈ। 12 ਸਾਲ ਜਲ ਢੋਣ ਦੀ ਸੇਵਾ ਲਗਾਤਾਰ ਨਿਰੰਤਰ ਚੱਲਦੀ ਰਹੀ। ਵਿਆਈਆਂ ਫਟ ਗਈਆਂ ਪੈਰਾਂ ਦੀਆਂ, ਹੱਥ ਵੀ ਗੁਰਮੁਖੋ ਪਾਣੀ ਵਿੱਚ ਹਰ ਵੇਲੇ ਰਹਿੰਦੇ, ਕੱਪੜੇ ਵੀ ਬਸਤਰ ਵੀ ਭਿੱਜੇ ਰਹਿੰਦੇ। ਜਦੋਂ ਜਾਂਦੇ ਨਾ ਬਿਆਸ ਦਰਿਆ ਤੋਂ ਪਾਣੀ ਭਰਨ ਵਾਸਤੇ, ਉਦੋਂ ਕੋਈ ਗਾਗਰ ਚੁਕਾ ਕੇ ਮੋਢੇ 'ਤੇ ਰਖਾਉਣ ਵਾਲਾ ਨਹੀਂ ਹੈ। ਆਪ ਆਪਣੇ ਮੋਢੇ 'ਤੇ ਗਾਗਰ ਰੱਖ ਕੇ ਉਸੇ ਤਰ੍ਹਾਂ ਹੀ ਪਾਣੀ ਵਿੱਚ ਬੈਠ ਜਾਂਦੇ। ਜਦੋਂ ਗਾਗਰ ਭਰ ਜਾਂਦੀ ਫਿਰ ਉੱਠ ਪੈਂਦੇ, ਆਪਣਾ ਵੀ ਇਸ਼ਨਾਨ ਨਾਲ ਹੀ, ਬਸਤਰ ਵੀ ਭਿੱਜ ਜਾਂਦੇ। ਉਹ ਮਾਘ ਦੇ ਦਿਨਾਂ ਵਿੱਚ ਐਸੀ ਕਠਿਨ ਸੇਵਾ, ਔਰ ਸਰੀਰ ਵੀ ਗੁਰਮੁਖੋ ਬਜ਼ੁਰਗ ਹੈ। ਸੇਵਾ ਕਰਦਿਆਂ ਅੱਜ 83-84 ਸਾਲ ਦੀ ਅਵਸਥਾ ਨੂੰ ਪਹੁੰਚ ਗਏ, ਐਸੀ ਸੇਵਾ ਕਰਦੇ ਪਏ। ਇੱਕ ਦਿਨ ਸੇਵਾ ਕਰਨ ਵਾਸਤੇ ਜਲ ਲੈਣ ਵਾਸਤੇ ਜਾਂਦੇ ਪਏ। ਸੋ ਉਸ ਵੇਲੇ ਗੁਰਮੁਖੋ ਕਿ ਬੜੀ ਝੱਖੜ ਵਾਲੀ ਹਨੇਰੀ ਕਾਲੀ ਬੋਲੀ ਰਾਤ ਹੈ। ਸੱਪਾਂ ਦੇ ਛੂਕਣ ਦੀ ਆਵਾਜ਼, ਸ਼ੇਰਾਂ ਦੇ ਗਰਜਨ ਦੀ ਆਵਾਜ਼, ਇਸ ਤਰ੍ਹਾਂ ਦਾ ਭਿਆਨਕ ਦ੍ਰਿਸ਼ ਬਣਿਆ ਹੋਇਆ। ਪਰ ਆਪਣੇ ਪੈਰ ਪਿੱਛੇ ਨਹੀਂ ਪਾਏ, ਕਿਉਂਕਿ ਸੇਵਾ ਦੀ ਪਰਖ ਹੋ ਰਹੀ ਹੈ। ਨਿਰੰਤਰ ਚੱਲਦੇ ਹੀ ਰਹੇ। ਸੱਪਾਂ ਬਿੱਛੂਆਂ ਦਾ, ਠੂਹਿਆਂ ਦਾ ਕੋਈ ਵਿਚਾਰ ਜਾਂ ਡਰ ਨਹੀਂ ਹੈ। ਸ਼ੇਰਾਂ ਦੇ ਗਰਜਨ ਦੀ ਆਵਾਜ਼ ਦਾ ਕੋਈ ਭੈ ਨਹੀਂ ਹੈ। ਜਦੋਂ ਬਿਆਸ ਦਰਿਆ ਵਿੱਚ ਪਹੁੰਚੇ, ਗੁਰਮੁਖੋ ਪਾਣੀ ਦਾ ਪ੍ਰਵਾਹ, ਪਾਣੀ ਦੀ ਰਫ਼ਤਾਰ ਇੰਨੀ ਤੇਜ਼ ਔਰ ਜ਼ੋਰਦਾਰ ਹੈ ਕਿ ਪੈਰ ਜਿਹੜੇ ਨੇ ਪਾਣੀ ਵਿੱਚ ਉਖੜਦੇ ਜਾ ਰਹੇ ਨੇ। ਪੈਰ ਫਿਸਲਦਾ ਜਾਂਦਾ, ਪਾਣੀ ਜ਼ੋਰ ਪਾ ਕੇ ਧੱਕਦਾ ਪਿਆ ਹੈ। ਉਸ ਵੇਲੇ ਜਲ ਭਰਦਿਆਂ ਹੋਇਆਂ ਅਰਦਾਸ ਕੀਤੀ ਹੈ, ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਸਾਹਿਬ ਜੀ, ਸੇਵਾ ਨਿਰੰਤਰ ਰਹਿਣੀ ਚਾਹੀਦੀ ਹੈ, ਸੇਵਾ ਵਿੱਚ ਵਿਘਨ ਨਾ ਪਏ, ਆਪਣੇ ਸੇਵਕ 'ਤੇ ਕਿਰਪਾ ਕਰੋ ਮਹਾਰਾਜ। ਅੱਜ ਇਹ ਦਰਿਆ ਦਾ ਜਲ ਬੜਾ ਚੜ੍ਹਿਆ ਹੋਇਆ ਹੈ। ਜਦੋਂ ਇਹ ਅਰਦਾਸ ਕੀਤੀ ਹੈ, ਗੁਰੂ ਨਾਨਕ ਦੇਵ ਪਾਤਸ਼ਾਹ ਨੇ ਐਸੀ ਕਲਾ ਵਰਤਾਈ ਹੈ, ਇੱਕ ਘੜੀ ਵਾਸਤੇ ਬਿਆਸ ਦੇ ਦਰਿਆ ਦਾ ਜਿਹੜਾ ਜਲ ਹੈ, ਉਹ ਮਹਾਰਾਜ ਜੀਆਂ ਨੇ ਇੱਕ ਜਗ੍ਹਾ 'ਤੇ ਖੜ੍ਹੇ ਰਹਿਣ ਦਾ ਹੁਕਮ ਕਰ ਦਿੱਤਾ। ਇਸ ਤਰ੍ਹਾਂ ਜਲ ਖੜ ਗਿਆ ਹੈ ਤੇ ਸਤਿਗੁਰਾਂ ਨੇ ਉਹ ਸੇਵਾ ਗਾਗਰ ਦੀ ਆਪਣੇ ਮੋਢੇ 'ਤੇ ਚੁੱਕੀ ਹੈ। ਚੁੱਕਦਿਆਂ ਚੁੱਕਦਿਆਂ ਮਹਾਰਾਜ ਖਡੂਰ ਸਾਹਿਬ ਨੂੰ ਆ ਰਹੇ। ਰਸਤੇ ਵਿੱਚ ਗੁਰਮੁਖੋ ਜਲਾਇਆਂ ਦਾ ਘਰ ਹੈ। ਰਸਤੇ ਵਿੱਚ ਕਿੱਲਾ ਗੱਡਿਆ ਹੋਇਆ। ਹਨੇਰੇ ਕਾਰਨ ਉਸ ਕਿੱਲੇ ਨੂੰ ਠੋਕਰ ਲੱਗੀ ਮਹਾਰਾਜ ਦੇ ਚਰਨਾਂ ਦੀ। ਸਤਿਗੁਰੂ ਡਿੱਗ ਪਏ। ਜਦੋਂ ਡਿੱਗਣ ਦੀ ਆਵਾਜ਼ ਆਈ ਹੈ, ਜਲਾਏ ਨੇ ਪੁੱਛਿਆ, ਪਤਾ ਨਹੀਂ ਬਾਹਰ ਕੀ ਡਿੱਗਿਆ ਹੈ। ਤੇ ਜਲਾਏ ਦੀ ਘਰਵਾਲੀ ਨੇ ਮਹਾਰਾਜ ਸਾਹਿਬ ਜੀਆਂ ਦਾ ਅੱਧਾ ਨਾਮ ਲੈ ਕੇ, ਗੁਰਮੁਖੋ ਗੁਰੂ ਕਾ ਸਿੱਖ ਤੇ ਨਹੀਂ ਮਹਾਰਾਜ ਸਾਹਿਬ ਜੀ ਦਾ ਅੱਧਾ ਨਾਂ ਨਹੀਂ ਲੈ ਸਕਦੇ ਹਾਂ, ਪਰ ਇਸ ਔਰਤ ਨੇ ਮਹਾਰਾਜ ਜੀਆਂ ਦਾ ਅੱਧਾ ਨਾਂ ਲੈ ਕੇ ਆਖਿਆ, ਇਹ ਤੇ ਉਹ ਨਿਥਾਵੇਂ ਨੇ ਜਿਹੜੇ ਆਪਣਾ ਘਰ ਛੱਡ ਕੇ ਕੁੜਮਾਂ ਦੇ ਘਰ ਵਿੱਚ ਆ ਕੇ ਬੈਠੇ ਪਾਣੀ ਭਰਦੇ ਪਏ। ਉਹ ਬਚਨ ਗੁਰੂ ਪਾਤਸ਼ਾਹ ਦੇ ਕੰਨਾਂ ਵਿੱਚ ਪੈ ਗਏ। ਮਹਾਰਾਜ ਨੇ ਸੁਭਾਵਿਕ ਹੀ ਆਖਿਆ, ਕਹਿਣ ਲੱਗੇ, ਕਮਲੀਏ, ਅਸੀਂ ਤੇ ਨਿਥਾਵੇ ਨਹੀਂ ਹਾਂ, ਅਸੀਂ ਤੇ ਨਿਥਾਵਿਆਂ ਨੂੰ ਥਾਣ ਦੇਣ ਵਾਲੇ ਧੰਨ ਗੁਰੂ ਅੰਗਦ ਦੇਵ ਪਾਤਸ਼ਾਹ ਦੇ ਸੇਵਕ ਹਾਂ। ਇੰਨਾ ਹੀ ਬਚਨ ਕਿਹਾ। ਉਹ ਜੁਲਾਹੇ ਦੀ ਘਰਵਾਲੀ ਕਮਲੀ ਝੱਲੀ ਹੋ ਗਈ। ਉਸ ਨੇ ਕਮਲਿਆਂ ਵਾਲੇ ਸਾਰੇ ਜਿਹੜੇ ਸਨ, ਉਸ ਵੇਲੇ ਕੰਮ ਕਰਨੇ ਸ਼ੁਰੂ ਕਰ ਦਿੱਤੇ। ਸਤਿਗੁਰੂ ਚੁੱਪਚਾਪ ਸੇਵਾ ਲੈ ਕੇ ਗਾਗਰ ਦੀ ਗੁਰੂ ਅੰਗਦ ਸਾਹਿਬ ਪਾਤਸ਼ਾਹ ਦਾ ਇਸ਼ਨਾਨ ਕਰਵਾਇਆ। ਮਹਾਰਾਜ ਸਾਹਿਬ ਜੀਆਂ ਦੇ ਇਸ਼ਨਾਨ ਤੋਂ ਉਪਰੰਤ ਮਹਾਰਾਜ ਆਪ ਧਿਆਨ ਲਾ ਕੇ ਬੈਠ ਗਏ। ਇੰਨੇ ਚਿਰ ਨੂੰ ਉਹ ਜੁਲਾਇਆ ਜਿਹੜਾ ਹੈ, ਉਹ ਗੁਰੂ ਪਾਤਸ਼ਾਹ ਦੀ ਸ਼ਰਨ ਵਿੱਚ ਆਇਆ। ਮਹਾਰਾਜ ਸਾਹਿਬ ਜੀ, ਇਹ ਕਾਰਜ ਹੋਇਆ ਹੈ। ਸਤਿਗੁਰੂ ਅੰਗਦ ਦੇਵ ਪਾਤਸ਼ਾਹ ਮਹਾਰਾਜ ਜੀਆਂ ਨੇ ਧੰਨ ਗੁਰੂ ਅਮਰਦਾਸ ਪਾਤਸ਼ਾਹ ਨੂੰ ਬੁਲਾ ਕੇ ਪੁੱਛਿਆ, ਕੀ ਹੋਇਆ ਹੈ? ਮਹਾਰਾਜ ਨੇ ਦੱਸਿਆ, ਜੀ ਅਸੀਂ ਡਿੱਗ ਪਏ ਸਾਂ। ਇਸ ਬੀਬੀ ਨੇ ਸੋ ਆਪ ਜੀ ਦੀ ਤੋਹੀਨ ਦੇ ਬਚਨ ਕੀਤੇ। ਅਸੀਂ ਤੇ ਸੁਭਾਵਿਕ ਹੀ ਇਹ ਗੱਲ ਕਹਿ ਦਿੱਤੀ ਹੈ, ਕਮਲੀਏ, ਅਸੀਂ ਤੇ ਨਥਾਵਿਆਂ ਦੇ ਥਾਮ ਗੁਰੂ ਦੇ ਸੇਵਕ ਹਾਂ। ਉਸ ਵੇਲੇ ਪਾਤਸ਼ਾਹ ਕਹਿਣ ਲੱਗੇ, ਧੰਨ ਗੁਰੂ ਅਮਰਦਾਸ ਪਾਤਸ਼ਾਹ, ਤੁਹਾਡੇ ਬਚਨ ਪੂਰੇ ਹੋਣ ਲੱਗ ਪਏ। ਤੁਹਾਡੀ ਰਸਨਾ ਦੇ ਉੱਪਰ ਪਰਮੇਸ਼ਰ ਦਾ ਵਾਸਾ ਹੈ। ਤੁਹਾਡੀ ਸੇਵਾ ਪ੍ਰਵਾਨ ਹੋ ਗਈ ਹੈ। ਹੁਣ ਆਪ ਬਚਨਾਂ ਦਾ ਸੰਕੋਚ ਕਰਿਆ ਕਰੋ। ਐਸਾ ਬਚਨ ਆਖਿਆ। ਜੁਲਾਏ ਨੇ ਆਖਿਆ, ਮਹਾਰਾਜ ਕਿਰਪਾ ਕਰੋ, ਮੇਰੀ ਘਰਵਾਲੀ ਨੂੰ ਆਪ ਮਾਫ ਕਰ ਦਿਓ। ਧੰਨ ਗੁਰੂ ਅੰਗਦ ਦੇਵ ਪਾਤਸ਼ਾਹ ਨੇ ਆਪਣੀ ਕਿਰਪਾ ਦ੍ਰਿਸ਼ਟੀ ਦੇ ਨਾਲ ਤੱਕਿਆ ਤੇ ਉਸ ਵੇਲੇ ਉਸ ਕਮਲੀ ਹੋਈ ਜਲਾਈ ਨੂੰ ਮਹਾਰਾਜ ਸਾਹਿਬ ਜੀਆਂ ਦੇ ਦਰਸ਼ਨਾਂ ਦੇ ਨਾਲ ਹੀ ਸਤਿਗੁਰਾਂ ਨੇ ਬਖਸ਼ਿਸ਼ ਕਰਕੇ ਠੀਕ ਕਰ ਦਿੱਤਾ। ਉਸ ਵੇਲੇ ਸਤਿਗੁਰੂ ਪਾਤਸ਼ਾਹ ਕਹਿਣ ਲੱਗੇ, ਭਾਈ, ਅੱਜ ਤੁਹਾਡੀ ਸੇਵਾ ਤੋਂ ਅਸੀਂ ਬੜੇ ਪ੍ਰਸੰਨ ਹੋਏ ਹਾਂ। ਸੋ ਇਹ ਆਪਣੇ ਸਿਰ ਦੇ ਉੱਪਰ ਜਿਹੜਾ ਤੁਸੀਂ ਮੜਾਸਾ ਮਾਰਿਆ ਹੋਇਆ,
ਜਿਹੜਾ ਸਿਰੋਂ ਪਾਉ ਮਿਲਦਾ ਨਾ ਗੁਰਮੁਖੋ ਗੁਰੂ ਘਰ ਦੇ ਵੱਲੋਂ, ਸਤਿਗੁਰੂ ਆਪਣੇ ਸਿਰ 'ਤੇ ਸਜਾ ਲੈਂਦੇ। 12 ਸਾਲ ਉਹ ਸਿਰੋਂ ਪਾਉ ਮਿਲਦੇ ਰਹੇ, ਪਾਣੀ ਵਿੱਚ ਭਿੱਜਦੇ ਵੀ ਰਹੇ, ਕੁਝ ਗਲ ਵੀ ਗਏ, ਕੁਝ ਪੁਰਾਣੇ ਵੀ ਹੋ ਗਏ, ਪਰ ਗੁਰੂ ਦੀ ਬਖਸ਼ਿਸ਼ ਜਾਣ ਕੇ ਉਸੇ ਤਰ੍ਹਾਂ ਸੀਸ ਦੇ ਉੱਪਰ ਸਜਾ ਕੇ ਰੱਖੇ। ਵਿਦਵਾਨਾਂ ਨੇ ਆਖਿਆ 7.5 ਕਿਲੋ ਦਾ ਭਾਰ ਜਿਹੜਾ ਕੱਚਾ ਮੰਨਿਆ ਜਾਂਦਾ ਨਾ, ਕੱਚਾ ਮਣ ਮੰਨਿਆ ਜਾਂਦਾ ਹੈ ਵੀ 7.5 ਕਿਲੋ ਦਾ ਭਾਰ ਜਿਹੜਾ ਸੀਗਾ ਉਹ ਮਹਾਰਾਜ ਜੀਆਂ ਦੇ ਸੀਸ ਦੇ ਉੱਪਰੋਂ ਗੁਰੂ ਅੰਗਦ ਸਾਹਿਬ ਪਾਤਸ਼ਾਹ ਨੇ ਆਪ ਕਹਿ ਕੇ ਉਤਾਰਿਆ ਵੀ ਉਤਾਰ ਦਿਓ, ਹੁਣ ਤੁਹਾਡੇ ਤੇ ਬਖਸ਼ਿਸ਼ਾਂ ਹੋ ਗਈਆਂ। ਇਸ ਤਰ੍ਹਾਂ ਕਹਿ ਕੇ ਫਿਰ ਆਪ ਜੀਆਂ ਨੂੰ ਗੁਰਤਾ ਗੱਦੀ ਦੇ ਉੱਪਰ ਬਿਰਾਜਮਾਨ ਕਰਦਿਆਂ ਹੋਇਆਂ ਪਹਿਲਾ ਵਾਰੀ ਮਹਾਰਾਜ ਨੇ ਬਖਸ਼ਿਆ ਸੀ, ਆਪ ਨਿਥਾਵਿਆਂ ਦੇ ਥਾਂ ਹੋ। ਉਸ ਜਲਾਹੀ ਬੀਬੀ ਨੇ ਆਖਿਆ ਸੀ ਨਾ ਵੀ ਇਹ ਤੇ ਨਿਥਾਵੇ ਨੇ, ਸਤਿਗੁਰਾਂ ਦਾ ਨਾਮ ਲੈ ਕੇ ਸੇਵਾ ਕਰਕੇ ਪਹਿਲਾ ਵਾਰੀਏ ਮਿਲਿਆ। ਗੁਰੂ ਅੰਗਦ ਸਾਹਿਬ ਪਾਤਸ਼ਾਹ ਨੇ ਆਖਿਆ ਆਪ ਨਿਥਾਵਿਆਂ ਦੇ ਥਾਵ ਹੋ, ਆਪ ਨਿਮਾਣਿਆਂ ਦੇ ਮਾਨ ਹੋ, ਆਪ ਨਿਆਸਰਿਆਂ ਦੇ ਆਸਰੇ ਹੋ, ਆਪ ਨਿਗਤਿਆਂ ਦੀ ਗਤ, ਨਿਪੱਤਿਆਂ ਦੀ ਪਤ, ਨਿਧਰਿਆਂ ਦੀ ਧਿਰ, ਨਿਓਟਿਆਂ ਦੀ ਓਟ। ਇਹ ਸਾਰੇ ਦੇ ਸਾਰੇ 12 ਵਾਰ ਮਹਾਰਾਜ ਨੇ 12 ਸਾਲਾਂ ਦੀ ਸੇਵਾ, 12 ਸਿਰੋਂ ਪਾਓ, 12 ਹੀ ਬਖਸ਼ਿਸ਼ਾਂ ਕਰਕੇ ਆਪ ਜੀ ਨੇ ਗੁਰਤਾ ਗੱਦੀ ਦੇ ਉੱਪਰ ਬਿਰਾਜਮਾਨ ਕੀਤਾ। ਬੋਲੇ ਸੋ ਨਿਹਾਲ। ਇਸ ਤਰ੍ਹਾਂ ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਗੁਰਤਾ ਗੱਦੀ ਤੇ ਬਿਰਾਜਮਾਨ ਹੋਏ ਔਰ ਗੁਰੂ ਘਰ ਦੀਆਂ ਸੇਵਾਵਾਂ ਕਰਕੇ ਆਪ ਖੁਸ਼ਾ ਪ੍ਰਾਪਤ ਕੀਤਾ। ਸਾਡੇ ਵਰਗੇ ਕਲਯੁਗੀ ਜੀਵਾਂ ਵਾਸਤੇ ਪੂਰਨਾ ਪਾ ਕੇ ਦੱਸਿਆ ਵੀ ਸੇਵਾਵਾਂ ਕਿਵੇਂ ਕਰੀਦੀਆਂ ਹੈਣ ਤੇ ਆਪ ਸਮਰੱਥ, ਆਪ ਪਰਮੇਸ਼ਰ ਸਨ, ਪਰ ਇਹ ਸੇਵਾ ਕਰਕੇ ਸਾਨੂੰ ਦੱਸਿਆ ਕਿ ਸੇਵਾ ਕਰਤ ਹੋਏ ਨਿਹਕਾਮੀ ਤਿਸ ਕੋ ਹੋਤ ਪ੍ਰਾਪਤ ਸੁਆਮੀ। ਐਸੇ ਨੇ ਧੰਨ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਸਾਹਿਬ ਜੀ। ਸੋ ਜਿਹੜੇ ਤਖਤ ਦੇ ਉੱਪਰ ਬੈਠੇ ਇਹ ਭੱਟ ਜਨ ਬਚਨ ਕਰਦੇ ਪਏ, ਫਰਮਾਉਂਦੇ ਹਨ ਸੋ ਟਿਕਾ ਸੋ ਬਹਿਣਾ। ਭੱਟ ਜਨ ਗੁਰਮੁਖ ਇਹ ਰਾਗੀ ਜਿਹੜੇ ਨੇ ਭਾਈ ਸੱਤਾ ਬਲਵੰਡਾ ਕਹਿ ਰਹੇ, ਕਹਿਣ ਲੱਗੇ ਸੋ ਟਿੱਕਾ ਜਿਹੜਾ ਗੁਰਤਾ ਗੱਦੀ ਦਾ ਟਿੱਕਾ ਧੰਨ ਗੁਰੂ ਅੰਗਦ ਦੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਨੂੰ ਮਿਲਿਆ ਔਰ ਗੁਰੂ ਅੰਗਦ ਸਾਹਿਬ ਪਾਤਸ਼ਾਹ ਨੇ ਗੁਰਤਾ ਗੱਦੀ ਦਾ ਤਿਲਕ ਜਿਹੜਾ ਦਿੱਤਾ ਹੈ ਗੁਰੂ ਅੰਗਦ ਦੇ ਮਹਾਰਾਜ ਸਾਹਿਬ ਜੀਆਂ ਨੂੰ, ਉਹ ਜਿਹੜਾ ਟਿੱਕਾ ਤਿਲਕ ਹੈ ਮਹਾਰਾਜ ਉਹੀ ਤੁਹਾਨੂੰ ਪ੍ਰਾਪਤ ਹੋਇਆ ਹੈ। ਗੁਰੂ ਅਮਰਦਾਸ ਪਾਤਸ਼ਾਹ ਜੀ ਜਿਹੜਾ ਗੁਰਤਾ ਗੱਦੀ ਦਾ ਤਿਲਕ ਸਤਿਗੁਰੂ ਅੰਗਦ ਦੇ ਪਾਤਸ਼ਾਹ ਜੀ ਨੂੰ ਮਿਲਿਆ ਹੈ, ਉਹੀ ਗੁਰੂ ਅੰਗਦ ਦੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਨੇ ਆਪ ਜੀ ਨੂੰ ਗੁਰਤਾ ਗੱਦੀ ਦਾ ਇਹ ਟਿੱਕਾ ਕਹੀਏ ਤਿਲਕ ਬਖਸ਼ਿਸ਼ ਕੀਤਾ ਹੈ। ਸੋ ਬਹਿਣਾ ਅਤੇ ਬਹਿਣਾ ਕਹੀਏ ਸਿੰਘਾਸਨ, ਜਿਹੜਾ ਗੁਰਤਾ ਗੱਦੀ ਦਾ ਸਿੰਘਾਸਨ ਬੈਠਣ ਵਾਸਤੇ ਗੁਰੂ ਨਾਨਕ ਦੇ ਪਾਤਸ਼ਾਹ ਜੀ ਦਾ ਗੁਰੂ ਅੰਗਦ ਸਾਹਿਬ ਜੀ ਨੂੰ ਮਿਲਿਆ ਹੈ, ਉਹੀ ਬਹਿਣਾ ਸਿੰਘਾਸਨ ਕਹੀਏ ਗੁਰਤਾ ਗੱਦੀ ਧੰਨ ਗੁਰੂ ਅਮਰਦਾਸ ਪਾਤਸ਼ਾਹ ਆਪ ਜੀ ਨੂੰ ਬਖਸ਼ਿਸ਼ ਹੋਈ ਹੈ। ਸੋਈ ਦੀਵਾਨ ਅਤੇ ਗੁਰਮੁਖੋ ਦੀਵਾਨ ਤੋਂ ਭਾਵ ਹੈ ਸਭਾ। ਇਹ ਜਿਹੜੀ ਸਭਾ ਹੈ ਜਿਹਦੇ ਵਿੱਚ ਆ ਕੇ ਸਿੱਖ ਬੈਠਦੇ, ਇਹ ਗੁਰੂ ਕਾ ਦਰਬਾਰ, ਇਹ ਉਹੀ ਸਭਾ ਹੈ, ਇਹ ਉਹੀ ਦਰਬਾਰ ਹੈ ਜਿਸ ਦਰਬਾਰ ਵਿੱਚ ਗੁਰੂ ਨਾਨਕ ਦੇ ਪਾਤਸ਼ਾਹ ਬੈਠਦੇ, ਸਿੱਖ ਬੈਠਦੇ, ਜਿਸ ਦਰਬਾਰ ਦੇ ਵਿੱਚ ਗੁਰੂ ਅੰਗਦ ਸਾਹਿਬ ਪਾਤਸ਼ਾਹ ਬੈਠਦੇ, ਸਿੱਖ ਸੰਗਤਾਂ ਬੈਠਦੀਆਂ, ਉਹੀ ਆਪ ਜੀ ਦਾ ਇਹ ਦਰਬਾਰ ਹੈ, ਉਹੀ ਆਪ ਜੀ ਦੀ ਇਹ ਸਭਾ ਹੈ। ਆਪ ਬਿਰਾਜਮਾਨ ਹੁੰਦੇ ਹੋ ਤੇ ਆਪ ਜੀ ਦੀਆਂ ਸੰਗਤਾਂ ਜਿਹੜੀਆਂ ਆਪ ਜੀ ਦੇ ਦਿਦਾਰੇ ਕਰਦੀਆਂ ਹਨ। ਪਿਓ ਦਾਦੇ ਜੇ ਵਿਹਾ ਪੀਯੂ ਦਾਦੇ, ਪੀਯੂ ਨਾਮ ਹੈ ਪਿਤਾ ਦਾ। ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਜਿਵੇਂ ਆਪ ਜੀ ਦੇ ਪਿਤਾ ਧੰਨ ਗੁਰੂ ਅੰਗਦ ਦੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਜਿਵੇਂ ਦੀ ਕਮਾਈ, ਜਿਵੇਂ ਦੀ ਸੇਵਾ ਬਚਨ ਮੰਨਣ ਦੀ ਕਰੜੀ ਘਾਲ ਕਮਾਈ, ਮਹਾਰਾਜ ਸਾਹਿਬ ਜੀਆਂ ਦੇ ਬਚਨ ਆਪਾਂ ਪੜ੍ਹਦੇ ਆ ਨਾ, ਸਿਲ ਜੋਗ ਅਲੂਣੀ ਚਟੀ ਹੈ, ਵੀ ਐਸੀ ਕਰੜੀ ਸੇਵਾ ਜਿਹੜੀ ਗੁਰੂ ਅੰਗਦ ਸਾਹਿਬ ਪਾਤਸ਼ਾਹ ਨੇ ਕੀਤੀ ਹੈ ਉਹੀ ਤੁਸੀਂ ਕੀਤੀ ਹੈ। ਇਸ ਕਰਕੇ ਪੀਯੂ, ਪੀਯੂ ਨਾਮ ਪਿਤਾ, ਜੋ ਪਿਤਾ ਗੁਰੂ ਅੰਗਦ ਦੇ ਪਾਤਸ਼ਾਹ ਉਹਨਾਂ ਦੇ ਵਾਂਗ ਆਪ ਜੀ ਨੇ ਸੇਵਾ ਕੀਤੀ ਹੈ, ਉਹਨਾਂ ਵਾਂਗ ਹੀ ਆਪ ਜੀਆਂ ਨੇ ਬਚਨ ਕਮਾਏ ਹਨ। ਦਾਦੇ ਜੇ ਵਿਹਾ ਅਤੇ ਦਾਦਾ ਕਹੀਏ ਧੰਨ ਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਸਾਹਿਬ ਜੀ, ਜਿਸ ਤਰ੍ਹਾਂ ਉਹਨਾਂ ਨੇ ਇਹ ਲੁਕਾਈ ਦੇ ਵਿੱਚ ਪ੍ਰਚਾਰ ਕਰਕੇ ਨਾਮ ਦੀਆਂ ਦਾਤਾਂ ਦੇ ਕੇ ਸੰਗਤਾਂ ਦਾ ਭਲਾ ਕੀਤਾ ਹੈ, ਬਿਲਕੁਲ ਜੀਵਿਹਾ ਉਹਨਾਂ ਦੇ ਵਾਂਗ ਆਪਾਂ ਆਪ ਜੀ ਹੋ, ਜਿਵੇਂ ਗੁਰੂ ਅੰਗਦ ਦੇ ਪਾਤਸ਼ਾਹ, ਜਿਵੇਂ ਗੁਰੂ ਨਾਨਕ ਦੇ ਪਾਤਸ਼ਾਹ ਜੀ ਹਨ। ਮਹਾਰਾਜ ਜੀਵਿਹਾ
ਉਹਨਾਂ ਦੇ ਵਰਗੇ ਹੀ ਬਿਲਕੁਲ ਆਪ ਹੋ। ਪੋਤਾ ਪਰਵਾਨ ਪੋਤਾ ਕਹੀਏ ਧੰਨ ਗੁਰੂ ਅੰਗਦ, ਧੰਨ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਆਪ ਵੀ ਉਸੇ ਤਰ੍ਹਾਂ ਦੇ ਹੀ ਪ੍ਰਵਾਨ ਹੋ ਗਏ ਹੋ, ਜਿਵੇਂ ਗੁਰੂ ਨਾਨਕ ਦੇ ਪਾਤਸ਼ਾਹ ਨੇ, ਜਿਵੇਂ ਗੁਰੂ ਅੰਗਦ ਦੇ ਪਾਤਸ਼ਾਹ, ਉਸੇ ਤਰ੍ਹਾਂ ਬਿਲਕੁਲ ਆਪ ਉਹਨਾਂ ਵਰਗੇ ਹੋ। ਤੁਹਾਡੇ ਵਿੱਚ ਤੇ ਉਹਨਾਂ ਵਿੱਚ ਫਰਕ ਕੋਈ ਨਹੀਂ ਹੈ। ਇਹ ਭਾਈ ਸੱਤਾ ਤੇ ਭਾਈ ਬਲਵੰਡਾ ਆਖਦੇ ਪੈ ਪੀਊ ਦਾਦੇ ਜਿਵਹਾ ਪੋਤਾ ਪਰਵਾਨ। ਪੀਊ ਧੰਨ ਗੁਰੂ ਅੰਗਦ ਦੇ ਪਾਤਸ਼ਾਹ, ਦਾਦੇ ਗੁਰੂ ਨਾਨਕ ਦੇ ਪਾਤਸ਼ਾਹ, ਉਹਨਾਂ ਵਰਗੇ ਆਪ ਪੋਤਰੇ ਪ੍ਰਮਾਣਿਕ ਹੋਏ ਹੋ। ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ। ਜਿਨ ਬਾਸਕ ਨੇਤਰੇ ਘੱਤਿਆ ਕਰਨੇ ਹੀ ਤਾਣ। ਜਿਸ ਪ੍ਰਮਾਤਮਾ ਨੇ ਬਾਸਕੀ ਨਾਗ ਜਿਹੜਾ ਹੈ ਉਹਦਾ ਨੇਤਰਾ ਪਾ ਕੇ ਤੇ ਉਸ ਵੇਲੇ ਖੀਰ ਸਮੁੰਦਰ ਨੂੰ ਬਰੋਲਿਆ ਰਿੜਕਿਆ ਸੀ। ਗੁਰਮੁਖੋ ਪਿੱਛੇ ਆਪਾਂ ਇਹ ਸਾਰਾ ਇਤਿਹਾਸ ਸਰਵਣ ਕੀਤਾ ਹੈ ਬੜੀ ਬਰੀਕੀ ਦੇ ਨਾਲ। ਸੋ ਹੁਣ ਆਪਾਂ ਕੇਵਲ ਅਰਥ ਸਰਵਣ ਕਰਾਂਗੇ। ਜਿਨ ਬਾਸਕ ਨੇਤਰੈ ਘੱਤਿਆ, ਜਿਸ ਪ੍ਰਮਾਤਮਾ ਨੇ ਬਾਸਕੀ ਨਾਮ ਦਾ ਇੱਕ ਨਾਗ ਸੀਗਾ ਉਹਦਾ ਨੇਤਰਾ ਪਾ ਕੇ ਤੇ ਸਮੁੰਦਰ ਨੂੰ ਰਿੜਕਿਆ ਸੀਗਾ। ਕਹਿਣ ਲੱਗੇ ਫਿਰ ਕਰ ਨਹੀਂ ਤਾਣ। ਤਾਣ ਨਾਮ ਗੁਰਮੁਖੋ ਬਲ ਦਾ ਹੈ। ਸੋ ਆਪਣੇ ਬਲ ਰੂਪੀ ਜਿਹੜੀ ਹੈ ਉਹ ਨੇਹੀ ਪਾਉਣਾ ਕੀਤੀ ਹੈ। ਇਸ ਤਰ੍ਹਾਂ ਦੇ ਨਾਲ ਖੀਰ ਸਮੁੰਦਰ ਨੂੰ ਰਿੜਕਿਆ ਹੈ। ਜਿਨ ਸਮੁੰਦਰ ਵਿਰੋਲਿਆ, ਜਿਸ ਪਰਮਾਤਮਾ ਨੇ ਸਮੁੰਦਰ ਨੂੰ ਵਿਰੋਲਿਆ ਕਹੀਏ ਰਿੜਕਿਆ ਹੈ ਭਾਈ। ਕਰ ਮੇਰ ਮੰਦਾਨ। ਮਧਾਣੀ ਪਾ ਕੇ, ਮਧਾਣਾ ਪਾ ਕੇ ਨਾ ਸੁਮੇਰ ਪਰਬਤ ਦਾ ਜਿਸ ਪਰਮਾਤਮਾ ਨੇ ਇਸ ਖੀਰ ਸਮੁੰਦਰ ਨੂੰ ਰਿੜਕਣਾ ਕੀਤਾ ਹੈ। 14 ਰਤਨ ਕਾਲੀਆਂ, ਉਹਦੇ ਵਿੱਚੋਂ ਫਿਰ 14 ਰਤਨ ਨਿਕਲੇ ਸਨ ਜੋ ਪਿੱਛੇ ਆਪਾਂ ਸਰਵਣ ਕੀਤੇ। ਇੱਕ ਲక్ష్ਮੀ ਹੈ, ਕੌਸਤਕ ਮਣੀ ਹੈ, ਰੰਭਾ ਹੈ, ਸ਼ਰਾਬ ਹੈ, ਅੰਮ੍ਰਿਤ ਹੈ, ਗਾਂਡੀਵ ਸੰਖ ਹੈ, ਅਰਾਵਤ ਹਾਥੀ ਹੈ, ਬਿਖ ਕਹੀਏ ਯਹਿਰ ਨਿਕਲੀ ਹੈ, ਕਾਮਤਿਨ ਗਊ ਨਿਕਲੀ ਹੈ, ਚੰਦਰਮਾ ਨਿਕਲਿਆ, ਕਲਪ ਬ੍ਰਿਸ਼ ਨਿਕਲਿਆ, ਸਾਰੰਗਨਾਮਾ ਧਨੁਖ ਨਿਕਲਿਆ, ਧਨੰਤਰ ਵੈਦ ਨਿਕਲਿਆ ਤੇ ਉੱਚ ਸਰਬ ਘੋੜਾ। ਇਹ 14 ਰਤਨ ਜਿਹੜੇ ਸਨ ਉਹ ਸਮੁੰਦਰ ਵਿੱਚੋਂ ਨਿਕਲੇ, ਵੱਖਰੇ ਵੱਖਰੇ ਦੇਵਤਿਆਂ ਨੂੰ ਵੰਡੇ ਗਏ। ਰੋ ਵਿਚਾਰ ਮਹਾਰਾਜ ਕਹਿੰਦੇ ਪਏ ਕਿ 14 ਰਤਨ ਨਿਕਾਲੇ ਹਨ। ਇਸ ਤਰ੍ਹਾਂ 14 ਰਤਨ ਉਹਦੇ ਵਿੱਚੋਂ ਕੱਢਣਾ ਕੀਤੇ ਹਨ। ਕੀਤਨ ਚਾਨਣ। ਤੇ ਫਿਰ ਉਹ 14 ਰਤਨ ਜਿਹੜੇ ਨੇ ਸੰਸਾਰ ਵਿੱਚ ਪ੍ਰਗਟ ਕੀਤੇ ਪ੍ਰਮਾਤਮਾ ਨੇ ਕੱਢ ਕੇ ਉਹ ਪ੍ਰਕਾਸ਼ ਕੀਤੇ ਹਨ। ਐਸਾ ਉਹ ਪ੍ਰਮਾਤਮਾ ਹੈ। ਘੋੜਾ ਕੀਤੋ ਸਹਿਜਦਾ। ਜਿਸ ਪ੍ਰਮਾਤਮਾ ਨੇ 14 ਰਤਨ ਪ੍ਰਗਟ ਕੀਤੇ ਉਸੇ ਪ੍ਰਮਾਤਮਾ ਦਾ ਰੂਪ ਆਪ ਹੋ। ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ। ਇਹ ਭਾਈ ਸੱਤਾ ਜੀ ਜਿਹੜੇ ਨੇ ਨਾ ਇਹ ਵਡਿਆਈ ਕਰਦੇ ਪਏ ਆਪਣੇ ਮੁਖ ਤੋਂ। ਮਹਾਰਾਜ ਨੇ ਆਖਿਆ ਸੀ ਨਾ ਮਹਿਮਾ ਕਰੋ ਸਤਿਗੁਰਾਂ ਦੀ, ਇਹ ਕੋੜ ਦਾ ਰੋਗ ਹੁਣ ਤਾਂ ਠੀਕ ਹੋਵੇਗਾ। ਇਹ ਭਾਈ ਸੱਤਾ ਜੀ ਵਡਿਆਈ ਕਰਦੇ ਪਏ। ਕਹਿਣ ਲੱਗੇ ਪਾਤਸ਼ਾਹ ਜੀ ਉਸੇ ਪ੍ਰਮਾਤਮਾ ਦਾ ਰੂਪ ਤੁਸੀਂ ਆਪ ਹੋ ਜਿਨ੍ਹਾਂ ਨੇ ਸਮੁੰਦਰ ਢਕਿਆ ਹੈ। ਘੋੜਾ ਕੀਤੋ ਸਹਿਜਦਾ। ਸਹਿਜ ਨਾਮ ਗੁਰਮੁਖੋ ਬ੍ਰਹਮ ਗਿਆਨ ਦਾ ਹੈ। ਆਪ ਜੀ ਨੇ ਬ੍ਰਹਮ ਗਿਆਨ ਰੂਪੀ ਘੋੜਾ ਜਿਹੜਾ ਹੈ ਉਹ ਬਖਸ਼ਿਸ਼ ਕੀਤਾ ਹੈ। ਸੋ ਬ੍ਰਹਮ ਗਿਆਨ ਦਾ ਆਪ ਜੀ ਨੇ ਘੋੜਾ ਬਣਾਉਣਾ ਕੀਤਾ ਹੈ। ਜਤ ਕੀਓ ਪਲਾਨ। ਜਤ ਤੋਂ ਭਾਵ ਹੈ ਜਿਤਿੰਦਰੇ ਰਹਿਣਾ, ਇੰਦਰੀਆਂ ਨੂੰ ਜਿੱਤ ਲੈਣਾ। ਇਹ ਆਪ ਜੀ ਨੇ ਪਲਾਨ ਕਹੀਏ ਕਾਠੀ ਪਾਈ ਹੈ। ਘੋੜੇ ਤੇ ਕਾਠੀ ਪਾਈ ਜਾਂਦੀ ਹੈ ਨਾ। ਘੋੜਾ ਕਿਹੜਾ ਹੈ? ਬ੍ਰਹਮ ਗਿਆਨ ਦਾ ਘੋੜਾ ਮਹਾਰਾਜ ਤੁਹਾਡੇ ਕੋਲ। ਘੋੜੇ ਤੇ ਕਾਠੀ ਕਿਹੜੀ ਪਾਈ ਹੈ? ਜਿਹੜਾ ਇੰਦਰੀਆਂ ਨੂੰ ਜਿੱਤ ਕੇ ਰੱਖਣਾ ਹੈ। ਇਹ ਆਪ ਜੀਆਂ ਨੇ ਕਾਠੀ ਪਾਉਣਾ ਕੀਤੀ ਹੈ। ਤਨਖ ਚੜਾਇਓ ਸਤ ਦਾ। ਜਿਹੜਾ ਸੱਚ ਨਾਮ ਦੀ ਕਮਾਈ ਕਰਨੀ ਇਹ ਆਪ ਜੀ ਨੇ ਧਨੁਖ ਚੜਾਇਆ ਹੈ। ਇਹ ਜਿਹੜੀ ਕਮਾਈ ਕਰਦੇ ਪਏ ਹੋ। ਜਸ ਹੰਦਾ ਬਾਣ। ਜਿਹੜਾ ਜਸ ਹੈ ਉਹਦਾ ਬਾਣ ਆਪ ਜੀ ਨੇ ਧਾਰਿਆ ਹੈ। ਜਸ ਹੰਦਾ, ਜਸ ਦਾ। ਸੋ ਜਿਹੜਾ ਆਪ ਜੀ ਨੇ ਜਸ ਕੀਤਾ ਹੈ ਗੁਰੂ ਅੰਗਦ ਦੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਦਾ, ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀਆਂ ਦੀ ਜਿਹੜੀ ਸੇਵਾ ਕੀਤੀ ਹੈ ਮਹਾਰਾਜ ਸਾਹਿਬ ਜੀ, ਇਹ ਆਪ ਜੀਆਂ ਨੇ ਬਾਣ ਜਿਹੜਾ ਹੈ ਉਹ ਧਾਰਨ ਕੀਤਾ ਹੈ। ਕਲ ਵਿੱਚ ਧੂ ਅੰਧਾਰ। ਪਾਤਸ਼ਾਹ ਜੀ ਇਹ ਜਿਹੜਾ ਕਲਯੁਗ ਦੇ ਵਿੱਚ ਪਾਪ ਨੇ ਨਾ, ਇਹ ਪਾਪਾਂ ਰੂਪੀ ਜਿਹੜਾ ਧੂੰ ਕਹੀਏ ਧੂੰਆਂ ਹੈ, ਇਹ ਅੰਧਾਰ ਕਹੀਏ ਹਨੇਰੇ ਵਰਗਾ ਹੈ। ਜਿਵੇਂ ਹਨੇਰੇ ਵਿੱਚ ਕੁਝ ਨਹੀਂ ਨਾ ਸੁੱਝਦਾ, ਹੱਥ ਪਸਾਰਿਆਂ ਵੀ ਪਤਾ ਨਹੀਂ ਲੱਗਦਾ ਵੀ ਕਿੱਥੇ ਕੀ ਹੈ। ਕਹਿਣ ਲੱਗੇ ਪਾਤਸ਼ਾਹ ਇਹ ਕਲਯੁਗ ਦੇ ਵਿੱਚ ਇਹ ਪਾਪਾਂ ਰੂਪੀ ਧੂੰਆਂ ਹੈ। ਐਸਾ ਗਾੜਾ ਇਹ ਪਾਪਾਂ ਦਾ ਧੂੰਆਂ ਵੀ ਇਹਦੇ ਵਿੱਚ ਪਤਾ ਕੁਝ ਨਹੀਂ ਲੱਗਦਾ ਹੈ। ਸਾ ਚੜਿਆ ਰਹਿ ਭਾਣ। ਪਰ ਪਾਤਸ਼ਾਹ ਜੀ ਆਪ ਜੀ
ਇਹਦੇ ਵਿੱਚ ਰਹਿ ਭਾਣ ਤੋਂ ਭਾਵ ਕਿਰਨਾਂ ਵਾਲੇ ਸੂਰਜ ਚੜ੍ਹੇ ਹੋ। ਹਨੇਰਾ ਭਾਵੇਂ ਕਿੰਨਾ ਵੀ ਗੁਰਮੁਖੋ ਕਿਉਂ ਨਾ ਹੋਵੇ, ਪਰ ਜੇ ਸੂਰਜ ਦੀਆਂ ਕਿਰਨਾਂ ਆ ਜਾਣ ਤੇ ਉਹ ਹਨੇਰਾ ਚੱਕਿਆ ਜਾਂਦਾ ਹੈ। ਪਾਤਸ਼ਾਹ ਇਹ ਕਲਯੁਗ ਦੇ ਵਿੱਚ ਪਾਪਾਂ ਰੂਪੀ ਹਨੇਰਾ ਹੈ। ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਸਾਹਿਬ ਜੀ ਆਪ ਇਸ ਪਾਪਾਂ ਦੀਆਂ ਪਾਪ ਰੂਪੀ ਹਨੇਰੇ ਨੂੰ ਦੂਰ ਕਰਨ ਵਾਸਤੇ ਆਪ ਜੀ ਸੂਰਜ ਵਾਂਗ ਚੜ੍ਹ ਕੇ ਪ੍ਰਗਟ ਹੋਏ ਹੋ। ਸਤਹੁ ਖੇਤ ਜਮਾਇਓ। ਸਤਿਗੁਰੂ ਪਾਤਸ਼ਾਹ ਆਪਣੇ ਸਤ ਦੇ ਨਾਲ ਆਪ ਜੀ ਨੇ ਖੇਤ ਜਮਾਇਓ, ਖੇਤ ਪ੍ਰਗਟ ਕੀਤਾ। ਗੁਰਮੁਖੋ ਇਤਿਹਾਸ ਵਿੱਚ ਬਚਨ ਆਉਂਦਾ ਹੈ, ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀਆਂ ਨੂੰ ਮੱਝਾਂ ਚਾਰਨ ਵਾਸਤੇ ਪਿਤਾ ਕਲਿਆਣ ਚੰਦ ਜੀ ਨੇ ਆਖਿਆ, ਤੁਸੀਂ ਘਰ ਵਿੱਚ ਕੰਮ ਹੀ ਕੋਈ ਨਹੀਂ ਕਰਦੇ, ਵਿਹਲੇ ਬੈਠੇ ਰਹਿੰਦੇ ਹੋ, ਜਾਓ ਮੱਝਾਂ ਚਾਰ ਕੇ ਲਿਆਇਆ ਕਰੋ। ਸਤਿਗੁਰੂ ਮੱਝਾਂ ਚਾਰਨ ਵਾਸਤੇ ਚਲੇ ਗਏ। ਮਹਾਰਾਜ ਸਾਹਿਬ ਜੀ ਆਪ ਇੱਕ ਰੁੱਖ ਦੇ ਥੱਲੇ ਜਾ ਕੇ ਬੈਠ ਗਏ ਅਤੇ ਮੱਝਾਂ ਨੇ ਇੱਕ ਜ਼ਿਮੀਂਦਾਰ ਦਾ ਸਾਰਾ ਹੀ ਖੇਤ ਚਰ ਲਿਆ, ਬਿਲਕੁਲ ਕੋਈ ਬੂਟਾ ਛੱਡਿਆ ਹੀ ਨਾ, ਔਰ ਸਾਰਾ ਖੇਤ ਖਾ ਕੇ ਉਸੇ ਖੇਤ ਵਿੱਚ ਹੀ ਮੱਝਾਂ ਬੈਠ ਗਈਆਂ। ਗੁਰਦੁਆਰਾ ਕਿਆਰਾ ਸਾਹਿਬ ਬਣਿਆ ਹੋਇਆ। ਇੰਨੇ ਚਿਰ ਨੂੰ ਜ਼ਿਮੀਂਦਾਰ ਆ ਗਿਆ, ਉਸਨੇ ਵੇਖਿਆ ਵੀ ਇਹ ਸਾਰਾ ਖੇਤ ਤੇ ਖਾ ਲਿਆ ਹੈ। ਜਦੋਂ ਉੱਚੀ ਉੱਚੀ ਰੌਲਾ ਪਾਉਣ ਲੱਗਾ, ਸਤਿਗੁਰੂ ਉੱਠ ਪਏ। ਉੱਠ ਕੇ ਕਹਿਣ ਲੱਗੇ, ਜ਼ਿਮੀਂਦਾਰਾ ਕੁਝ ਨਹੀਂ ਹੋਇਆ, ਸੋ ਅਸੀਂ ਮੱਝਾਂ ਬਾਹਰ ਕੱਢਦੇ ਪਏ ਹਾਂ। ਜ਼ਿਮੀਂਦਾਰ ਕਹਿਣ ਲੱਗਾ, ਮੇਰਾ ਤੇ ਖੇਤ ਉਜੜ ਗਿਆ ਹੈ, ਹੁਣ ਭਾਵੇਂ ਮੱਝਾਂ ਕੱਢੋ ਅਤੇ ਭਾਵੇਂ ਬੈਠੀਆਂ ਰਹਿਣ ਦਿਓ, ਪਰ ਮੈਂ ਤੇ ਤੁਹਾਡੀ ਸ਼ਿਕਾਇਤ ਕਰਾਂਗਾ। ਉਸ ਵੇਲੇ ਜ਼ਿਮੀਂਦਾਰ ਨੇ ਜਾ ਕੇ ਰਾਏ ਬੁਲਾਰ ਦੇ ਕੋਲ ਸ਼ਿਕਾਇਤ ਕੀਤੀ ਹੈ। ਰਾਏ ਬੁਲਾਰ ਨੇ ਉਸ ਵੇਲੇ ਸਤਿਗੁਰਾਂ ਦੇ ਪਿਤਾ ਨੂੰ ਬੁਲਾਇਆ, ਬਾਬਾ ਕਲਿਆਣ ਚੰਦ ਜੀ ਨੂੰ ਵੀ ਆਓ, ਤੁਹਾਡੇ ਪੁੱਤਰ ਨੇ ਉਜਾੜਾ ਕੀਤਾ ਹੈ ਅਤੇ ਉਸ ਉਜਾੜੇ ਦੀ ਭਰਪਾਈ ਕਰੋ ਆ ਕੇ। ਜਦੋਂ ਬਾਬਾ ਕਲਿਆਣ ਚੰਦ ਜੀ ਪਹੁੰਚੇ, ਗੁਰੂ ਨਾਨਕ ਸਾਹਿਬ ਪਾਤਸ਼ਾਹ ਨੂੰ ਵੀ ਬੁਲਾਇਆ ਗਿਆ। ਮਹਾਰਾਜ ਕਹਿਣ ਲੱਗੇ, ਰਾਏ ਬੁਲਾਰ ਜੀ, ਇਸ ਦੇ ਖੇਤ ਦਾ ਇੱਕ ਵੀ ਪੱਤਾ ਨਹੀਂ ਟੁੱਟਾ ਹੈ, ਇਹ ਫਰਿਆਦ ਠੀਕ ਨਹੀਂ ਕਰਦਾ ਪਿਆ। ਰਾਏ ਬੁਲਾਰ ਨੇ ਉਸ ਵੇਲੇ ਆਪਣਾ ਨੌਕਰ ਭੇਜਿਆ, ਜਾ ਕੇ ਤਹਿਕੀਕਾਤ ਕਰਕੇ ਆ ਵੀ ਵਾਕਿਆ ਹੀ ਖੇਤ ਉਜੜਿਆ ਹੈ ਕਿ ਨਹੀਂ ਉਜੜਿਆ ਹੈ। ਜਦੋਂ ਉਹ ਨੌਕਰ ਗਿਆ, ਜਾ ਕੇ ਕੀ ਵੇਖਦਾ ਹੈ, ਖੇਤ ਪੂਰਾ ਹਰਿਆ ਭਰਿਆ, ਇੱਕ ਵੀ ਬੂਟਾ ਨਹੀਂ ਟੁੱਟਾ ਹੈ। ਉਸ ਨੌਕਰ ਨੇ ਆ ਕੇ ਦੱਸਿਆ, ਜੀ ਖੇਤ ਤੇ ਬਿਲਕੁਲ ਹਰਿਆ ਭਰਿਆ ਹੈ, ਇਹ ਜ਼ਿਮੀਂਦਾਰ ਗਲਤ ਸ਼ਿਕਾਇਤ ਕਰਦਾ ਹੈ। ਜ਼ਿਮੀਂਦਾਰ ਕਹਿੰਦਾ, ਮੈਂ ਅੱਖਾਂ ਨਾਲ ਵੇਖ ਕੇ ਆਇਆ ਹਾਂ। ਜਦੋਂ ਦੁਬਾਰਾ ਗਿਆ ਨਾ ਖੇਤ ਵੇਖਣ ਵਾਸਤੇ, ਤੇ ਵੇਖਦਾ ਪਿਆ ਖੇਤ ਵਾਕਿਆ ਹੀ ਹਰਿਆ ਭਰਿਆ ਹੈ। ਹੁਣ ਬੜਾ ਲੱਜਤ ਹੋਇਆ, ਸ਼ਰਮਿੰਦਾ ਹੋਇਆ। ਫਿਰ ਰਾਏ ਬੁਲਾਰ ਦੇ ਕੋਲ ਨਹੀਂ ਗਿਆ, ਆਪਣੇ ਘਰੇ ਚਲਾ ਗਿਆ ਸ਼ਰਮਿੰਦਾ ਹੋ ਕੇ। ਪਰ ਸਤਿਗੁਰਾਂ ਦੀ ਮਹਿਮਾ ਨੂੰ ਜਾਣ ਨਹੀਂ ਸਕਿਆ, ਸ਼ਰਨ ਪੈ ਜਾਂਦਾ। ਮਹਾਰਾਜ ਉਸ ਵੇਲੇ ਹੋਰ ਬਖਸ਼ਿਸ਼ ਕਰ ਦਿੰਦੇ। ਰੋਹ ਵਿਚਾਰ ਬਚਨ ਆ ਗਿਆ। ਕਹਿਣ ਲੱਗੇ, ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਨੇ ਜਿਸ ਵੇਲੇ ਗਾਵਾਂ ਮੱਝਾਂ ਚਾਰੀਆਂ, ਉਸ ਵੇਲੇ ਪਾਤਸ਼ਾਹ ਜੀ ਨੇ ਖੇਤ ਜਮਾਇਓ। ਆਪਣੀ ਕਿਰਪਾ ਦੇ ਨਾਲ, ਆਪਣੇ ਪ੍ਰਤਾਪ ਦੇ ਨਾਲ ਉਹ ਸਾਰਾ ਜਿਹੜਾ ਖੇਤ ਸੀਗਾ ਉਸ ਨੂੰ ਜਮਾਇਓ, ਫਿਰ ਦੁਬਾਰਾ ਹਰਿਆ ਭਰਿਆ ਕਰ ਦਿੱਤਾ। ਐਸੀ ਆ ਬਖਸ਼ਿਸ਼ ਕਰਨ ਵਾਲੇ ਹੋ। ਸਤਹੁ ਸ਼ਾਵਾਨ। ਕਿ ਜਿਸ ਵੇਲੇ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਸਾਹਿਬ ਜੀ ਮੱਝਾਂ ਚਾਰਦੇ ਜਾ ਕੇ ਇੱਕ ਰੁੱਖ ਦੇ ਥੱਲੇ ਲੰਮੇ ਪੈ ਗਏ ਨਾ, ਸਤਿਗੁਰਾਂ ਦੇ ਮੁਖ ਦੇ ਉੱਪਰ ਉਸ ਵੇਲੇ ਗੁਰਮੁਖੋ ਧੁੱਪ ਆ ਗਈ ਹੈ। ਧਰਤੀ ਦੇ ਵਿੱਚੋਂ ਇੱਕ ਬੜਾ ਵੱਡਾ ਸੱਪ ਨਿਕਲਿਆ। ਵਿਦਵਾਨਾਂ ਨੇ ਇਸ ਦਾ ਰੰਗ ਚਿੱਟੇ ਰੰਗ ਦਾ ਲਿਖਿਆ ਵੀ ਚਿੱਟੇ ਰੰਗ ਦਾ ਸੱਪ ਇੱਕ ਪਤਾਲ ਵਿੱਚੋਂ ਪ੍ਰਗਟ ਹੋਇਆ। ਸਤਿਗੁਰਾਂ ਦੇ ਸਿਰ ਵਾਲੇ ਪਾਸੇ ਇਸ ਨੇ ਕੁੰਡਲ ਮਾਰ ਕੇ ਬੈਠਣਾ ਕੀਤਾ। ਆਪਣੀ ਫਨ ਫੈਲਾ ਕੇ ਮਹਾਰਾਜ ਦੇ ਮੁਖ ਦੇ ਉੱਪਰ ਛਾਂ ਕਰਦਾ ਪਿਆ ਹੈ। ਇੰਨੇ ਚਿਰ ਨੂੰ ਰਾਏ ਬੁਲਾਰ ਕਿਸੇ ਨਗਰ ਤੋਂ ਆ ਰਿਹਾ ਸੀ। ਆਪਣੇ ਨੌਕਰਾਂ ਚਾਕਰਾਂ ਦੇ ਨਾਲ ਉਸਨੇ ਵੇਖਿਆ ਕਿ ਬਾਲਕ ਲੰਮੇ ਪਿਆ ਅਤੇ ਸੱਪ ਸਿਰ ਦੇ ਉੱਪਰ ਬੈਠਾ ਹੋਇਆ। ਮਨ ਵਿੱਚ ਸੋਚਦਾ ਹੈ ਵੀ ਜਾਂ ਤਾਂ ਇਹ ਸੱਪ ਲੜ ਗਿਆ ਹੋਵੇਗਾ ਬੱਚੇ ਨੂੰ ਅਤੇ ਬੱਚਾ ਮਰ ਗਿਆ ਹੈ, ਅਤੇ ਜਾਂ ਇਹ ਕੋਈ ਰੱਬੀ ਅਵਤਾਰ ਹੈ ਜਿਹਦੀ ਸੇਵਾ ਵਾਸਤੇ ਕਾਇਨਾਤ ਲੱਗੀ ਹੋਈ ਹੈ। ਕਿਉਂ ਨਾ ਹੋਵੇ ਮੈਂ ਨੇੜੇ ਜਾ ਕੇ ਵੇਖਾਂ। ਜਦੋਂ ਰਾਏ ਬੁਲਾਰ ਕੋਲ ਆਇਆ ਨਾ, ਘੋੜੇ 'ਤੇ ਚੜ੍ਹ ਕੇ ਨੌਕਰਾਂ ਦੇ ਸਮੇਤ, ਥੋੜ੍ਹਾ ਖੜਕਾ ਹੋਇਆ ਅਤੇ ਖੜਕਾ ਹੋਣ ਕਰਕੇ ਉਹ ਜਿਹੜਾ ਸੱਪ ਸੀ ਪਤਾਲ ਦੇ ਵਿੱਚ ਹੀ ਸਮਾ ਗਿਆ, ਉੱਥੋਂ ਅਲੋਪ ਹੋ ਗਿਆ ਹੈ। ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਉਸ ਵੇਲੇ ਨੇਤਰ ਖੋਲ੍ਹੇ ਅਤੇ ਉੱਠ ਪਏ। ਰਾਏ ਬੁਲਾਰ ਜਾਣ ਗਿਆ ਵੀ ਇਹ ਕੋਈ ਆਮ ਨਹੀਂ, ਇਹ ਤਾਂ ਕੋਈ ਰੱਬੀ ਅਵਤਾਰ ਹੈ ਜਿਹਦੀ ਸੇਵਾ ਵਾਸਤੇ ਐਸੀਆਂ 84 ਲੱਖ ਜੂਨਾਂ ਵੀ ਲੱਗੀਆਂ ਹੋਈਆਂ। ਮਹਾਰਾਜ ਸਾਹਿਬ ਜੀ ਦਾ ਬੜਾ ਡਾਢਾ ਸ਼ਰਧਾਲੂ ਬਣਿਆ ਇਹ ਰਾਏ ਬੁਲਾਰ। ਇੱਕ ਵਾਰੀ ਸਤਿਗੁਰੂ ਰੁੱਖ ਦੇ ਥੱਲੇ ਲੰਮੇ ਪਏ, ਆਰਾਮ ਕਰਦੇ ਪਏ। ਸਾਰੇ ਰੁੱਖਾਂ ਦੀ ਛਾਂ ਫਿਰ ਗਈ। ਜਿਸ ਰੁੱਖ ਥੱਲੇ ਮਹਾਰਾਜ ਆਰਾਮ ਕਰਦੇ ਪਏ ਉਹਦੀ ਛਾਂ ਉੱਥੇ ਹੀ ਖਲੋਤੀ ਹੋਈ ਹੈ। ਰਾਏ ਬੁਲਾਰ ਇਹ ਸਾਰੀਆਂ ਉਸ ਵੇਲੇ
ਵੇਖ ਕੇ ਆਪਣੇ ਅੱਖਾਂ ਦੇ ਨਾਲ ਮਹਾਰਾਜ ਜੀ ਦੀਆਂ ਬਖਸ਼ਿਸ਼ਾਂ ਪਾਤਸ਼ਾਹ ਦਾ ਫਿਰ ਸ਼ਰਧਾਲੂ ਹੀ ਬਣ ਗਿਆ। ਕਹਿਣ ਲੱਗਾ, ਮਹਾਰਾਜ ਮੈਨੂੰ ਆਪਣਾ ਸਿੱਖ ਬਣਾ ਕੇ ਮੇਰੇ 'ਤੇ ਕਿਰਪਾ ਕਰੋ ਅਤੇ ਮੈਨੂੰ ਆਪਣੇ ਚਰਨਾਂ ਦੇ ਵਿੱਚ ਮਹਾਰਾਜ ਸਾਹਿਬ ਜੀ ਜਿਹੜੀ ਹੈ ਜਗ੍ਹਾ ਦਿਓ, ਮੇਰੇ 'ਤੇ ਰਹਿਮਤ ਕਰੋ। ਸਤਿਗੁਰਾਂ ਨੇ ਇਸ ਨੂੰ ਫਿਰ ਨਿਵਾਜਿਆ ਵੀ, ਉਪਦੇਸ਼ ਦੇ ਕੇ ਭਲਾ ਵੀ ਕੀਤਾ। ਗੁਰਮੁਖੋ ਜਿੰਨੀ ਇਸ ਦੀ ਜ਼ਮੀਨ ਸੀ ਨਾ, ਇਸ ਦੇ ਕੋਲ ਰਾਏ ਬੁਲਾਰ ਦੇ ਕੋਲ ਜਿੰਨੀ ਵੀ ਇਹ ਜ਼ਮੀਨ ਦਾ ਮਾਲਕ ਸੀ, ਸਾਰੀ ਦੀ ਸਾਰੀ ਜ਼ਮੀਨ ਇਸ ਨੇ ਮਹਾਰਾਜ ਸਾਹਿਬ ਜੀਆਂ ਦੇ ਜਨਮ ਸਥਾਨ ਦੇ ਨਾਲ ਹੀ ਨਾਂ ਲਵਾ ਦਿੱਤੀ। ਇਹ ਮਹਾਰਾਜ ਮੇਰੀ ਸਾਰੀ ਜ਼ਮੀਨ ਜਾਇਦਾਦ ਵੀ ਤੁਹਾਡੀ ਹੈ। ਸਤਿਗੁਰਾਂ ਦੇ ਨਾਮ ਦੇ ਨਾਲ ਲਵਾ ਕੇ ਫਿਰ ਆਪਣਾ ਇਹ ਸਰੀਰ ਛੱਡ ਗਿਆ ਸੀਗਾ। ਹਿੰਦੁਸਤਾਨ ਦੀ ਧਰਤੀ 'ਤੇ ਔਰੰਗਜ਼ੇਬ ਬਾਦਸ਼ਾਹ ਜਿਸ ਵੇਲੇ ਰਾਜ ਕਰਦਾ ਹੈ, ਉਸਨੇ ਵੀ ਇਹ ਜ਼ਮੀਨ ਜਿਹੜੀ ਸੀ ਮਹਾਰਾਜ ਦੇ ਨਾਮ ਦੇ ਨਾਲੋਂ ਨਹੀਂ ਸੀ ਲਵਾਈ। ਉਸੇ ਤਰ੍ਹਾਂ ਸਤਿਗੁਰਾਂ ਦੇ ਨਾਮ ਦੇ ਨਾਲ ਇਹ ਜਿਹੜੀ ਜ਼ਮੀਨ ਹੈ ਬੋਲਦੀ ਰਹੀ ਹੈ। ਦੇਸ਼ ਦੀ ਵੰਡ ਦੇ ਪਿੱਛੋਂ ਜ਼ਮੀਨ ਦੇ ਉੱਪਰ ਲੋਕਾਂ ਨੇ ਕਬਜ਼ਾ ਕਰ ਲਿਆ। ਹੁਣ ਉੱਥੋਂ ਦੇ ਲੋਕ ਇਸ ਜ਼ਮੀਨ ਨੂੰ ਵਾਹੁੰਦੇ ਬੀਜਦੇ, ਥੋੜ੍ਹੀ ਬਹੁਤੀ ਕਿਤੇ ਬਚੀ ਹੈ। ਰੋ ਵਿਚਾਰ ਸੋ ਇਹ ਬਚਨ ਆ ਗਿਆ, ਸਤਿ ਸ਼ਾਹਵਾਨ ਮਹਾਰਾਜ ਸਾਹਿਬ ਜੀ ਆਪ ਜੀ ਦੇ ਸਤ ਦੇ ਪ੍ਰਤਾਪ ਕਰਕੇ ਸ਼ੇਸ਼ਨਾਗ ਵੀ ਆ ਕੇ ਆਪ ਜੀ ਦੇ ਉੱਪਰ ਛਾਂ ਕਰਦਾ ਹੈ। ਐਸੇ ਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਸਾਹਿਬ ਜੀ, ਪਾਤਸ਼ਾਹ ਉਸੇ ਗੁਰੂ ਨਾਨਕ ਦੇ ਮਹਾਰਾਜ ਦਾ ਆਪ ਸਰੂਪ ਹੋ। ਇਹ ਭਾਈ ਸੱਤਾ ਕਹਿ ਰਿਹਾ ਹੈ, ਜਿਸ ਗੁਰੂ ਨਾਨਕ ਦੇ ਪਾਤਸ਼ਾਹ ਨੇ ਉਜੜੇ ਹੋਏ ਖੇਤ ਹਰੇ ਕਰ ਦਿੱਤੇ, ਜਿਸ ਗੁਰੂ ਨਾਨਕ ਸਾਹਿਬ ਦੇ ਮੁਖ ਦੇ ਉੱਪਰ ਸੱਪ ਛਾਂ ਕਰਦਾ ਪਿਆ, ਉਸੇ ਗੁਰੂ ਨਾਨਕ ਪਾਤਸ਼ਾਹ ਦਾ ਆਪ ਰੂਪ ਹੋ। ਤੁਹਾਡੇ ਵਿੱਚ ਤੇ ਉਹਨਾਂ ਵਿੱਚ ਕੋਈ ਫਰਕ ਨਹੀਂ ਹੈ। ਫਿਰ ਮਹਾਰਾਜ ਫਰਮਾਉਂਦੇ ਹਨ, ਸਤਿ ਖੇਤ ਜਮਾਇਓ। ਮਹਾਰਾਜ ਸਾਹਿਬ ਜੀ ਆਪਣੇ ਆਪ ਜੀ ਨੇ ਆਪਣੇ ਸਤ ਦੇ ਨਾਲ ਖੇਤ ਕਿਹੜਾ ਜਮਾ ਦਿੱਤਾ ਹੈ? ਸਤ, ਸੰਤੋਖ, ਦਇਆ, ਧਰਮ, ਇਹ ਸ਼ੁਭ ਗੁਣਾਂ ਦਾ ਖੇਤ ਗੁਰੂ ਅਮਰਦਾਸ ਪਾਤਸ਼ਾਹ ਜੀ ਆਪ ਜੀਆਂ ਨੇ ਆਪਣੇ ਸਤ ਦੇ ਨਾਲ ਜਮਾਇਆ ਹੈ। ਸਤਿ ਸ਼ਾਹਵਾਨ। ਇਹ ਪਾਤਸ਼ਾਹ ਜੀ ਆਪ ਜੀ ਪਰਮੇਸ਼ਰ ਦਾ ਸਰੂਪ ਹੋ, ਤੇ ਜਿਹੜਾ ਪਰਮੇਸ਼ਰ ਦਾ ਆਪ ਜਸ ਕਰਦੇ ਪਏ ਹੋ, ਇਹੀ ਸ਼ਾਹਵਾਨ ਕਹੀਏ ਚੰਦੋਆ ਆਪ ਜੀ ਦੇ ਸੀਸ ਦੇ ਉੱਪਰ ਤਾਣਿਆ ਹੈ। ਪਰਮੇਸ਼ਰ ਦਾ ਜਸ ਕਰਨ ਰੂਪੀ ਜਿਹੜਾ ਚੰਦੋਆ ਉਹ ਆਪ ਜੀ ਦੇ ਸੀਸ ਦੇ ਉੱਪਰ ਸ਼ੋਭਾ ਪਾ ਰਿਹਾ ਹੈ। ਨਿਤ ਰਸੋਈ ਤੇਰੀਆ। ਸਤਿਗੁਰੂ ਗੁਰੂ ਅਮਰਦਾਸ ਪਾਤਸ਼ਾਹ ਜੀ ਆਪ ਜੀ ਦੀ ਜਿਹੜੀ ਰਸੋਈ ਹੈ, ਜਿੱਥੇ ਇਹ ਸਾਰੇ ਪਦਾਰਥ ਬਣਦੇ ਹਨ, ਘਿਓ ਮੈਦਾ ਖਾਣ। ਸੋ ਇਸੇ ਤਰ੍ਹਾਂ ਘਿਓ ਨਾਮ ਤੇ ਗੁਰਮੁਖੋ ਘਿਓ ਦਾ ਹੀ ਹੈ, ਆਪਾਂ ਨੂੰ ਪਤਾ ਹੀ ਹੈ। ਤੇ ਮੈਦਾ ਕਹਿੰਦੇ ਗੁਰਮੁਖੋ ਉਸ ਵੇਲੇ ਮੈਦੇ ਦਾ, ਅਤੇ ਖਾਣ ਕਹੀਏ ਆਟਾ, ਖਾਣ ਕਹੀਏ ਖੰਡ, ਇਹਦਾ ਜਿਹੜਾ ਪ੍ਰਸ਼ਾਦ ਬਣਦਾ ਹੈ, ਜਿਹਨੂੰ ਆਪਾਂ ਕੜਾਹ ਪ੍ਰਸ਼ਾਦ ਕਹਿੰਦੇ ਹਾਂ, ਘਿਓ ਦਾ, ਮੈਦੇ ਦਾ ਤੇ ਇਸੇ ਤਰ੍ਹਾਂ ਖੰਡ ਦਾ। ਇਹ ਕੜਾਹ ਪ੍ਰਸ਼ਾਦ ਆਪ ਜੀ ਦੀ ਰਸੋਈ ਵਿੱਚ ਬਣਦਾ ਹੈ, ਜੋ ਸਾਰੀਆਂ ਸੰਗਤਾਂ ਵਿੱਚ ਵਰਤਾਇਆ ਜਾਂਦਾ ਹੈ। ਜਿਸ ਪ੍ਰਸ਼ਾਦ ਨੂੰ ਬਣਾ ਕੇ ਸੰਗਤਾਂ ਅਰਦਾਸਾਂ ਕਰਦੀਆਂ, ਰੋਗੀਆਂ ਦੇ ਰੋਗ ਕੱਟੇ ਜਾਂਦੇ, ਐਸਾ ਪ੍ਰਸ਼ਾਦ ਜੋ ਗੁਰੂ ਨਾਨਕ ਸਾਹਿਬ ਨੇ ਪ੍ਰਵਾਨ ਕੀਤਾ ਹੈ, ਜੋ ਗੁਰੂ ਰਾਮਦਾਸ ਪਾਤਸ਼ਾਹ ਦੇ ਘਰ ਵਿੱਚ ਭੋਗ ਲੱਗਦਾ ਹੈ, ਸਾਰਿਆਂ ਗੁਰੂ ਘਰਾਂ ਵਿੱਚ ਜਿਸ ਪ੍ਰਸ਼ਾਦ ਨੂੰ ਭੋਗ ਲੱਗਦਾ ਹੈ, ਮਹਾਰਾਜ ਉਹ ਆਪ ਜੀ ਦੀ ਰਸੋਈ ਦੇ ਵਿੱਚ ਐਸਾ ਇਹ ਜਿਹੜਾ ਹੈ ਇਹ ਪ੍ਰਸ਼ਾਦ ਬਣਦਾ ਪਿਆ ਹੈ। ਐਸੀ ਆਪ ਬਖਸ਼ਿਸ਼ ਕਰਦੇ ਹੋ। ਫਰਮਾਉਂਦੇ ਹਨ, ਚਾਰੇ ਕੁੰਡਾਂ ਸੁਜਿਓਸ। ਸੋ ਗੁਰਮੁਖੋ ਇਹ ਗੁਰੂ ਘਰ ਦੀ ਮਰਿਆਦਾ ਵੀ ਹੈ ਵੀ ਖੰਡ, ਆਟੇ ਅਤੇ ਘਿਓ ਦਾ ਜਿਹੜਾ ਕੜਾਹ ਪ੍ਰਸ਼ਾਦ ਬਣਦਾ ਹੈ, ਔਰ ਅੱਜ ਵੀ ਇਸੇ ਤਰ੍ਹਾਂ ਇਹ ਬਣਾਇਆ ਜਾਂਦਾ ਹੈ। ਕਹਿੰਦੇ ਇੱਕ ਸਮੇਂ ਐਸਾ ਸਮਾਂ ਆ ਗਿਆ ਸੀ ਕਿ ਲੋਕਾਂ ਦੇ ਵਿੱਚ ਇਹ ਪ੍ਰਚਾਰ ਕੀਤਾ ਗਿਆ ਵੀ ਖੰਡ ਬਹੁਤ ਮਾੜੀ ਹੈ ਅਤੇ ਗੁੜ ਬਹੁਤ ਚੰਗਾ ਹੈ। ਅਤੇ ਕੁਝ ਲੋਕ ਆਖਦੇ ਸਨ ਵੀ ਕੜਾਹ ਪ੍ਰਸ਼ਾਦ ਦੀ ਦੇਗ ਵਿੱਚ ਗੁੜ ਪੈਣਾ ਚਾਹੀਦਾ, ਵੀ ਗੁੜ ਪਾ ਕੇ ਪ੍ਰਸ਼ਾਦ ਬਣਾਇਆ ਕਰੋ। ਉਸ ਵੇਲੇ ਜਿਹੜੇ ਮਹਾਤਮਾ ਗੁਰਮੁਖ ਸਨ, ਗੁਰੂ ਘਰ ਦੇ ਨਾਲ ਜੁੜੇ ਹੋਏ, ਉਹਨਾਂ ਨੇ ਫਿਰ ਇਹ ਪੰਕਤੀ ਪੜ੍ਹ ਕੇ ਸੁਣਾਈ ਸੀ ਵੀ ਗੁਰੂ ਪਾਤਸ਼ਾਹ ਦੇ ਸਮੇਂ ਭਾਈ ਇਹ ਖੰਡ ਪਾ ਕੇ ਫਿਰ ਪ੍ਰਸ਼ਾਦ ਬਣਦਾ ਹੈ। ਅਤੇ ਫਿਰ ਪ੍ਰਸ਼ਾਦ ਦੀ ਮਰਿਆਦਾ ਉਸੇ ਤਰ੍ਹਾਂ ਕਾਇਮ ਕੀਤੀ। ਇਹ ਮਹਾਰਾਜ ਸਾਹਿਬ ਜੀ ਬਖਸ਼ਿਸ਼ ਕਰਦੇ ਹਨ। ਚਾਰੇ ਕੁੰਡਾਂ ਸੁਜਿਓਸ। ਮਹਾਰਾਜ ਸਾਹਿਬ ਜੀ ਜਿਹੜੀਆਂ ਚਾਰ ਕੁੰਡਾਂ ਹਨ, ਪੂਰਬ, ਪੱਛਮ, ਉੱਤਰ, ਦੱਖਣ ਵਗੈਰਾ ਜੋ ਵੀ ਹਨ, ਮਨ ਮੈਂ ਸ਼ਬਦ ਪ੍ਰਵਾਨ। ਸਤਿਗੁਰੂ ਪਾਤਸ਼ਾਹ ਜੀ ਜਿਨ੍ਹਾਂ ਦਾ ਸ਼ਬਦ ਵਿੱਚ ਪ੍ਰਵਾਨ ਕਹੀਏ ਨਿਸ਼ਚਾ ਹੋਇਆ ਹੈ। ਸ਼ਬਦ ਪ੍ਰਵਾਨ, ਸ਼ਬਦ ਕਹੀਏ ਉਪਦੇਸ਼ ਗੁਰੂ ਦਾ, ਅਤੇ ਪ੍ਰਵਾਨ ਕਹੀਏ ਨਿਸ਼ਚਾ, ਜਿਨ੍ਹਾਂ ਨੂੰ ਗੁਰੂ ਦੇ ਉਪਦੇਸ਼ ਦੇ ਉੱਪਰ ਨਿਸ਼ਚਾ ਹੋਇਆ ਹੈ। ਚਾਰੇ ਕੁੰਡਾਂ ਜਿਹੜੀਆਂ ਹਨ ਉਹਨਾਂ ਨੇ ਮਿਥਿਆ ਰੂਪ ਜਾਣੀਆਂ ਵੀ ਚਾਰ ਚੁਫੇਰੇ ਜੋ ਵੀ ਕੁਝ ਹੈ ਨਾ, ਜਿੰਨਾ ਵੀ ਧਨ ਪਦਾਰਥ ਪਿਆ ਹੈ,
ਕਿਸੇ ਦਿਸ਼ਾ ਵਿੱਚ ਕੁਬੇਰ ਦਾ ਨਿਵਾਸ ਮੰਨਿਆ, ਕਿਸੇ ਵਿੱਚ ਕਿਸੇ ਦਾ ਨਿਵਾਸ ਮੰਨਿਆ, ਕਿਤੇ ਕੋਈ ਧਨ ਮੰਨਿਆ ਹੈ। ਗੁਰਮੁਖਾਂ ਨੇ ਸਾਰੀਆਂ ਦਿਸ਼ਾਵਾਂ ਨੂੰ ਜਾਂ ਪਦਾਰਥਾਂ ਨੂੰ ਮਿਥਿਆ ਰੂਪ ਹੀ ਮੰਨਿਆ ਵੀ ਸਭ ਕੁਝ ਨਾਸਵੰਤ ਹੈ। ਇਹ ਗੱਲਾਂ ਉਹਨਾਂ ਨੂੰ ਸੋਝੀ ਆ ਗਈਆਂ, ਗਿਆਨ ਦੇ ਸਹਿਤ ਹੋ ਗਏ ਹਨ। ਆਵਾ ਕੌਣ ਨਿਵਾਰਿਓ ਕਰ ਨਦਰ ਨਿਸ਼ਾਨ। ਪਾਤਸ਼ਾਹ ਜੀ, ਜਿਨ੍ਹਾਂ ਦੇ ਉੱਪਰ ਆਪ ਜੀ ਦੀ ਨਜ਼ਰ ਹੋਈ ਹੈ ਤੇ ਜਿਨ੍ਹਾਂ ਨੂੰ ਨਜ਼ਰ ਰੂਪੀ ਨਿਸ਼ਾਨ ਕਹੀਏ ਪਰਵਾਨਾ ਮਿਲਿਆ ਹੈ, ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ, ਜਿਨ੍ਹਾਂ ਦੇ ਉੱਪਰ ਤੁਹਾਡੀ ਦਿਵ ਦ੍ਰਿਸ਼ਟੀ ਪੈ ਗਈ ਹੈ, ਜਿਨ੍ਹਾਂ ਦੇ ਉੱਪਰ ਤੁਹਾਡੀ ਨਿਗਾਹ ਪੈ ਜਾਂਦੀ ਹੈ, ਆਵਾਗਮਨ ਨਿਵਾਰਿਓ, ਉਹਨਾਂ ਦਾ ਜੰਮਣ ਮਰਨਾ ਆਪ ਖਤਮ ਕਰ ਦਿੰਦੇ ਹੋ। ਗੁਰਮੁਖੋ ਇਤਿਹਾਸ ਵਿੱਚ ਬਚਨ ਆਉਂਦਾ ਹੈ, ਜਦੋਂ ਸਤਿਗੁਰੂ ਅਮਰਦਾਸ ਪਾਤਸ਼ਾਹ ਆਪਣੇ ਕਮਰੇ ਦੇ ਵਿੱਚੋਂ ਅੰਮ੍ਰਿਤ ਵੇਲੇ ਧਿਆਨ ਲਾਉਣ ਤੋਂ ਬਾਅਦ ਵਿੱਚ ਉੱਠ ਕੇ ਬਾਹਰ ਨਿਕਲਦੇ ਨਾ, ਦਰਵਾਜ਼ਾ ਖੁੱਲ੍ਹਦਾ ਨਾ ਮਹਾਰਾਜ ਸਾਹਿਬ ਜੀਆਂ ਦਾ, ਸਾਹਮਣੇ ਬਿਮਾਰੀਆਂ ਦੇ ਗ੍ਰਸੇ ਹੋਏ ਜਿਹੜੇ ਲੋਕ ਨੇ, ਬਿਮਾਰ ਲੋਕ, ਬੜੀਆਂ ਬੜੀਆਂ ਨਾਮਰਾਦ ਬਿਮਾਰੀਆਂ ਜਿਹੜੀਆਂ ਕਿਸੇ ਦਵਾਈ ਦਾਰੂ ਨਾਲੋਂ ਠੀਕ ਨਹੀਂ ਹੁੰਦੀਆਂ, ਉਹ ਬਿਮਾਰ ਜਿਹੜੇ ਸਨ ਮਹਾਰਾਜ ਦੇ ਦਰਵਾਜ਼ੇ 'ਤੇ ਆ ਕੇ ਬੈਠ ਜਾਂਦੇ। ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਦੀ ਜਦੋਂ ਨਿਗਾਹ ਪੈਂਦੀ, ਰੋਗੀਆਂ ਦੇ ਰੋਗ ਕੱਟੇ ਜਾਂਦੇ। ਐਸੇ ਮਹਾਰਾਜ ਆਪ ਕਿਰਪਾ ਕਰਦੇ ਹੋ। ਸਤਿਗੁਰੂ ਪਾਤਸ਼ਾਹ ਜੀ, ਆਵਾਗਮਨ ਨਿਵਾਰਿਓਨ ਕਰ ਨਜ਼ਰ ਨਿਸ਼ਾਨ, ਜਿਨ੍ਹਾਂ ਉੱਪਰ ਤੁਹਾਡੀ ਨਜ਼ਰ ਪੈ ਜਾਵੇ। ਪ੍ਰੇਮਾ ਕੋੜੀ ਵੀ ਤੇ ਆਇਆ ਹੈ ਨਾ, ਆ ਕੇ ਮਹਾਰਾਜ ਨੂੰ ਆਖਦਾ ਮੇਰਾ ਗਿਆ ਕਛੋਟਾ ਲਾਧਾ, ਵੀ ਮੇਰਾ ਖਰਾਬ ਹੋਇਆ ਸਰੀਰ ਕੋੜ ਕਰਕੇ ਲੱਭ ਗਿਆ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਦੇ ਦਰ ਤੋਂ। ਇਸ ਤਰ੍ਹਾਂ ਜਿਨ੍ਹਾਂ ਦੇ ਉੱਪਰ ਤੁਹਾਡੀ ਨਜ਼ਰ ਪੈ ਜਾਂਦੀ ਹੈ ਮਹਾਰਾਜ ਸਾਹਿਬ ਜੀ, ਉਹ ਪ੍ਰਮਾਣਿਕ ਹੋ ਗਏ, ਉਹ ਦੁਨੀਆ 'ਤੇ ਸਫਲੇ ਹੋ ਗਏ ਪਾਤਸ਼ਾਹ, ਜਿਨ੍ਹਾਂ ਦੇ ਵੱਲ ਆਪ ਜੀ ਨੇ ਤੱਕ ਲਿਆ। ਕਿਰਪਾ ਕਟਾਖ ਅਵਲੋਕਨ ਕੀਨੋ, ਦਾਸ ਕਾ ਦੁੱਖ ਵਧਾਰਿਓ, ਐਸੀ ਆਪ ਕਿਰਪਾ ਕਰਦੇ। ਆਵਾਗਮਨ ਨਿਵਾਰਿਓ, ਉਹਨਾਂ ਦਾ ਫਿਰ ਆਉਣਾ ਜਾਣਾ ਆਪ ਜੀ ਨੇ ਨਿਵਾਰ ਦਿੱਤਾ, ਦੂਰ ਕਰ ਦਿੱਤਾ, ਮੁਕਾ ਦਿੱਤਾ ਹੈ। ਅਵਤਰਿਆ ਅਵਤਾਰ ਲੈ ਸੋ ਪੁਰਖ ਸੁਜਾਨ। ਸਤਿਗੁਰੂ ਪਾਤਸ਼ਾਹ ਜੀ, ਸੋ ਪੁਰਖ ਜੋ ਪਰਮਾਤਮਾ ਹੈ, ਜਾਂ ਕਹਿ ਲਈਏ ਸੋ ਪੁਰਖ ਜੋ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਹਨ, ਜਾਂ ਇਸ ਤਰ੍ਹਾਂ ਕਹਿ ਲਵੋ ਜਿਸ ਪਰਮੇਸ਼ਰ ਦਾ ਰੂਪ ਗੁਰੂ ਨਾਨਕ ਦੇਵ ਪਾਤਸ਼ਾਹ ਨੇ, ਉਸੇ ਪਰਮੇਸ਼ਰ ਦਾ ਰੂਪ ਜਾਂ ਉਸੇ ਗੁਰੂ ਨਾਨਕ ਪਾਤਸ਼ਾਹ ਦਾ ਰੂਪ ਮਹਾਰਾਜ ਸਾਹਿਬ ਜੀ ਆਪ ਹੋ। ਅਵਤਰਿਆ ਅਵਤਾਰ ਲੈ, ਇਸ ਤਰ੍ਹਾਂ ਆਪ ਜੀ ਨੇ ਸੰਸਾਰ ਵਿੱਚ ਆ ਕੇ ਅਵਤਾਰ ਲਿਆ ਹੈ ਦੁਨੀਆ ਦਾ ਭਲਾ ਕਰਨ ਵਾਸਤੇ। ਝਖੜ ਵਾਓ ਨਾ ਡੋਲੇ, ਮਹਾਰਾਜ ਭਾਵੇਂ ਝਖੜ ਆ ਜਾਵੇ, ਗੁਰਮੁਖੋ ਝਖੜ ਉਹਨੂੰ ਕਿਹਾ ਜਾਂਦਾ ਬੜੀ ਜ਼ੋਰ ਦੀ ਹਨੇਰੀ ਚੱਲੇ ਤੇ ਉਹਦੇ ਵਿੱਚ ਮਿੱਟੀ ਘਟਾ ਉੱਡੇ, ਉਹਨੂੰ ਕਿਹਾ ਜਾਂਦਾ ਵੀ ਝਖੜ ਝੁੱਲਿਆ ਹੈ। ਜੇ ਮਿੱਟੀ ਘਟਾ ਨਾ ਉੱਡੇ, ਇਕੱਲੀ ਹਨੇਰੀ ਚੱਲੇ, ਤੇ ਉਸ ਨੂੰ ਕਿਹਾ ਜਾਂਦਾ ਵੀ ਇਹ ਬੜੀ ਭਾਰੀ ਹਨੇਰੀ ਆਈ ਹੈ। ਹਨੇਰੀ ਤੇ ਝਖੜ ਦਾ ਥੋੜ੍ਹਾ ਜਿਹਾ ਫਰਕ ਹੈ। ਮਿੱਟੀ ਘਟਾ ਕੰਕਰ ਉੱਡ ਪੈਣ, ਕਹਿੰਦੇ ਝਖੜ ਆ ਗਿਆ, ਨਹੀਂ ਉੱਡੇ ਤੇ ਕਹਿੰਦੇ ਹਨੇਰੀ ਆ ਗਈ ਹੈ। ਪਾਤਸ਼ਾਹ ਜੀ, ਜਿਵੇਂ ਪਰਬਤ ਮੇਰਾਨ, ਜਿਵੇਂ ਸਮੇਰ ਪਰਬਤ ਹਨੇਰੀ ਆਉਣ ਦੇ ਨਾਲ ਕਦੇ ਵੀ ਹਿਲਦਾ ਨਹੀਂ ਹੈ, ਜਿੰਨਾ ਮਰਜ਼ੀ ਝਖੜ ਆ ਜਾਵੇ, ਮਿੱਟੀ ਕੰਕਰ ਵਾਲੀ ਹਨੇਰੀ ਆ ਜਾਵੇ, ਜਾਂ ਵੈਸੇ ਜਿੰਨਾ ਮਰਜ਼ੀ ਕੋਈ ਤੂਫਾਨ ਹਨੇਰੀ ਆ ਜਾਵੇ, ਸਮੇਰ ਪਰਬਤ ਹਿਲਦਾ ਨਹੀਂ। ਇਸੇ ਤਰ੍ਹਾਂ ਫਰਮਾਉਂਦੇ ਹਨ, ਝਖੜ ਵਾਓ ਨਾ ਡੋਲੇ। ਮਹਾਰਾਜ, ਲੋਭ ਦਾ ਝਖੜ ਆ ਜਾਵੇ, ਲੋਭ ਹੀ ਲੋਭ ਚਾਰ ਚਫੇਰਿਓਂ ਆ ਜਾਵੇ, ਲੋਭ ਪਦਾਰਥਾਂ ਨੂੰ ਜੋੜਨ ਦਾ। ਮਹਾਰਾਜ, ਉਹ ਪਦਾਰਥਾਂ ਦਾ ਲੋਭ ਜਿਹੜਾ ਹੈ, ਇਹ ਝਖੜ ਆਪ ਜੀ ਨੂੰ ਡਲਾ ਨਹੀਂ ਸਕਦਾ ਹੈ। ਅਤੇ ਹਨੇਰੀ ਕਿਹੜੀ ਹੈ? ਜਿਹੜੇ ਵਿਸ਼ੇ ਵਿਕਾਰ ਪੈਦਾ ਹੋ ਜਾਣੇ, ਕਾਮ ਕ੍ਰੋਧ ਲੋਭ ਮੋਹ ਹੰਕਾਰ ਵਿਕਾਰ ਪੈਦਾ ਹੋਣੇ, ਮਾੜੀਆਂ ਚਿਤਵਨੀਆਂ, ਮਾੜੇ ਫੁਰਨੇ ਆ ਜਾਣੇ। ਮਹਾਰਾਜ, ਇਹ ਮਾੜੇ ਫੁਰਨੇ ਵਾਸ਼ਨਾਵਾਂ ਵੀ ਆਪ ਜੀ ਨੂੰ ਡਲਾ ਨਹੀਂ ਸਕਦੇ ਹਨ। ਇਹ ਲੋਭ ਵਰਗੇ ਜਿਹੜੇ ਵਿਕਾਰ ਨੇ, ਇਹ ਵੀ ਆਪ ਜੀ ਨੂੰ ਡੁਲਾ ਨਹੀਂ ਸਕਦੇ। ਗੁਰੂ ਅਮਰਦਾਸ ਪਾਤਸ਼ਾਹ ਜੀ ਆਪ ਸਮੇਰ ਪਰਬਤ ਦੇ ਵਾਂਗ ਅਚਲ ਹੋ। ਪਰਬਤ ਮੇਰਾਨ, ਜਿਵੇਂ ਸਮੇਰ ਪਰਬਤ ਨਹੀਂ ਡੁਲਾਇਆ ਜਾ ਸਕਦਾ, ਹਿਲਾਇਆ ਜਾ ਸਕਦਾ, ਇਸ ਤਰ੍ਹਾਂ ਆਪ ਜੀ ਪਾਤਸ਼ਾਹ ਨਿਰਹਲ ਹੋ। ਜਾਣੈ ਬਿਰਥਾ ਜੀ ਕੀ, ਜਿਹੜੇ ਜੀਵ ਨੇ ਨਾ ਤੁਹਾਡੇ ਸਿੱਖ, ਇਹਨਾਂ ਦੀ ਬਿਰਥਾ ਪੀੜਾ ਆਪ ਜਾਣਦੇ ਹੋ, ਕਿਉਂਕਿ ਅੰਤਰਜਾਮੀ ਪੁਰਖ ਵਿਦਾਤੇ, ਆਪ ਅੰਤਰਜਾਮੀ ਹੋ, ਬਿਨ ਬੋਲਿਆ ਸਭ ਕੁਛ ਜਾਣਦਾ। ਸਤਿਗੁਰੂ ਪਾਤਸ਼ਾਹ ਜੀ ਆਪ ਐਸੇ ਹੋ, ਜਾਣੇ ਬਿਰਥਾ ਜੀ ਕੀ, ਜਿਹੜੇ ਜੀਵ ਨੇ ਨਾ, ਇਹਨਾਂ ਦੀ ਬਿਰਥਾ ਪੀੜਾ ਆਪ ਜਾਣਦੇ ਹੋ। ਜਾਣੇ ਹੋ ਜਾਣ, ਕਿਉਂਕਿ ਆਪ ਜਾਣੀ ਜਾਣ ਹੋ ਨਾ ਮਹਾਰਾਜ। ਤੁਹਾਡੇ ਘਰੇ ਆ ਕੇ ਦੱਸਣਾ ਥੋੜ੍ਹੀ ਪੈਂਦਾ ਹੈ ਕਿ ਮੈਨੂੰ ਆਹ ਰੋਗ ਹੈ, ਕਿ ਮੈਨੂੰ ਦੁੱਖ ਹੈ, ਕਿ ਮੇਰਾ ਆਹ ਕੰਮ ਹੈ।
ਨਹੀਂ ਆਪ ਜਾਣੀ ਜਾਣ ਹੋ, ਦੱਸਣ ਦੀ ਲੋੜ ਹੀ ਨਹੀਂ ਪੈਂਦੀ ਹੈ। ਮਹਾਰਾਜ ਜੀਆਂ ਦੇ ਦਰ ਤੇ ਪ੍ਰੇਮੇ ਕੋੜੀ ਦੀ ਸਾਖੀ ਆਪਾਂ ਸਰਵਣ ਕਰਦੇ। ਉਹਨੇ ਆ ਕੇ ਥੋੜ੍ਹੀ ਆਖਿਆ ਸੀ ਅੰਦਰ ਵੀ ਮਹਾਰਾਜ ਮੈਂ ਕੋੜਾ ਤੇ ਮੇਰਾ ਠੀਕ ਕਰ ਦਿਓ ਸਰੀਰ, ਬਾਹਰ ਹੀ ਬੈਠਾ ਰਹਿੰਦਾ। ਉਹਨੂੰ ਪਤਾ ਕਿ ਮਹਾਰਾਜ ਜਾਣੀ ਜਾਣ, ਸਤਿਗੁਰੂ ਜਾਣੀ ਜਾਣ ਨੇ ਫਿਰ ਬਖਸ਼ਿਸ਼ਾਂ ਕਰ ਦਿੱਤੀਆਂ। ਐਸੇ ਆਪ ਜਾਣੀ ਜਾਣ ਹੋ। ਕਿਆ ਸਲਾਹੇ ਸੱਚੇ ਪਾਤਸ਼ਾਹ, ਐ ਸੱਚੇ ਪਾਤਸ਼ਾਹ ਮੈਂ ਤੁਹਾਡੀ ਕੀ ਸ਼ਲਾਘਾ ਕਰਾਂ, ਤੁਹਾਡੀ ਕੀ ਸਿਫਤ ਕਰਾਂ, ਮੈਂ ਇੰਨੇ ਜੋਗਾ ਨਹੀਂ ਹਾਂ। ਜਾਂ ਤੂੰ ਸੁਗੜ ਸੁਜਾਨ, ਆਪ ਸ੍ਰੇਸ਼ਟ ਘਾੜਤਾਂ ਨੂੰ ਘੜਨ ਵਾਲੇ ਹੋ। ਭਾਈ ਸੱਤਾ ਜੀ ਬਲਵੰਡਾ ਜੀਆਂ ਦੇ ਛੋਟੇ ਭਰਾ ਨੇ, ਉਹ ਕਹਿੰਦੇ ਪਏ ਪਾਤਸ਼ਾਹ ਆਪ ਸ੍ਰੇਸ਼ਟ ਘਾੜਤਾਂ ਘੜਦੇ ਹੋ, ਉਸ ਪਰਮੇਸ਼ਰ ਦਾ ਰੂਪ ਹੋ। ਪਾਤਸ਼ਾਹ ਜੀ ਕਿਆ ਸਾਲਾਹੀ, ਮੈਂ ਤੁਹਾਡੀ ਕਿਹੜੀ ਸਿਫਤ ਕਹਿ ਕੇ ਕਰਨਾ ਕਰਾਂ। ਤਾਂ ਜੇ ਸਤਿਗੁਰ ਭਾਵ ਸੀ ਸੋ ਸੱਤੇ ਦਾਨ। ਇਹ ਸੱਤਾ ਡੂਮ ਹੈ, ਸੱਤਾ ਮਰਾਸੀ ਹੈ, ਜਿਸ ਨੇ ਗੁਰੂ ਪਾਤਸ਼ਾਹ ਦੀ ਪਹਿਲਾਂ ਨਰਾਦਰੀ ਦੇ ਬਚਨ ਕੀਤੇ। ਉਹ ਹੁਣ ਤਰਲਾ ਕਰਦਾ ਪਿਆ, ਕਹਿਣ ਲੱਗੇ ਮੈਨੂੰ ਸੱਤੇ ਡੂਮ ਨੂੰ ਮਹਾਰਾਜ ਸਾਹਿਬ ਜੀ, ਇਹ ਸਤਿਗੁਰੂ ਜੀ ਜੋ ਦਾਨ ਆਪ ਜੀ ਨੂੰ ਭਾਉਂਦਾ ਉਹੀ ਮੈਨੂੰ ਦੇ ਦਿਓ, ਕਿਰਪਾ ਕਰ ਦਿਓ ਮੇਰੇ ਉੱਪਰ। ਸੋ ਦਾਨ ਜੇ ਸਤਿਗੁਰ ਭਾਵ ਸੀ, ਸਤਿਗੁਰੂ ਜਿਹੜਾ ਦਾਨ ਦੇਣਾ ਆਪ ਜੀ ਨੂੰ ਭਾਉਂਦਾ ਚੰਗਾ ਲੱਗਦਾ ਹੈ। ਸੋ ਸੱਤੇ ਦਾਨ, ਉਹ ਸੱਤੇ ਮਰਾਸੀ ਨੂੰ ਮਹਾਰਾਜ ਦਾਨ ਦੇ ਦਿਓ। ਗੁਰਮੁਖੋ ਦਾਨ ਜਿਹੜਾ ਹੈ ਨਾ, ਉਹ ਦੇਣ ਵਾਲੇ ਦੀ ਮਰਜ਼ੀ ਹੈ ਵੀ ਉਹਨੇ ਦਾਨ ਦੇਣਾ ਕੀ ਹੈ। ਦਾਨ ਲੈਣ ਵਾਲੇ ਦੇ ਕੋਲੋਂ ਮੰਗ ਕੇ ਨਹੀਂ ਲਿਆ ਜਾਂਦਾ ਵੀ ਮੈਨੂੰ ਆਹ ਦਾਨ ਦੇ ਜਾਂ ਮੈਨੂੰ ਇੰਨਾ ਦਾਨ ਦੇ। ਅੱਜ ਕੱਲ੍ਹ ਮੰਗਤੇ ਵਗੈਰਾ ਆ ਜਾਂਦੇ ਨਾ ਦਰਵਾਜ਼ਿਆਂ 'ਤੇ ਮੰਗਦੇ ਆ ਕੇ, ਉਹ ਆ ਕੇ ਜਿੱਦ ਕਰਦੇ, ਰੀਸ ਕਰਦੇ, ਆ ਕੇ ਸ਼ਰਤ ਰੱਖਦੇ ਨਹੀਂ ਇੰਨਾ ਹੀ ਦਾਨ ਲੈ ਕੇ ਜਾਣਾ ਹੈ। ਨਹੀਂ, ਦਾਨ ਜਿਹੜਾ ਹੈ ਉਹ ਸ਼ਰਤ ਰੱਖ ਕੇ ਨਹੀਂ ਮੰਗਿਆ ਜਾਂਦਾ ਹੈ। ਦਾਨ ਦੇਣ ਵਾਲੇ ਦੀ ਮਰਜ਼ੀ ਹੈ ਕਿ ਉਹ ਥੋੜ੍ਹਾ ਦੇ ਦੇਵੇ ਕਿ ਬਹੁਤਾ ਦੇ ਦੇਵੇ। ਇਹ ਦਾਨ ਕਰਨ ਵਾਲੇ ਦੀ ਆਪਣੀ ਮਰਜ਼ੀ ਹੈ, ਉਹਦੇ ਕੋਲੋਂ ਮੰਗ ਕੇ ਨਹੀਂ ਲਿਆ ਜਾ ਸਕਦਾ ਹੈ। ਜਿਵੇਂ ਮੰਗਣ ਵਾਲੇ ਆ ਕੇ ਆਖਦੇ ਇੰਨਾ ਦਾਨ ਦਿਓ, ਠੀਕ ਹੈ, ਨਹੀਂ ਤੇ ਅਸੀਂ ਤੁਹਾਨੂੰ ਬਦਦੁਆ ਦੇਵਾਂਗੇ। ਜਿਹੜੇ ਇਸ ਤਰ੍ਹਾਂ ਸ਼ਰਤ ਰੱਖ ਕੇ ਦਾਨ ਮੰਗਦੇ ਉਹਨਾਂ ਦੀ ਬਦਦੁਆ ਵੀ ਕੋਈ ਨਹੀਂ ਲੱਗਦੀ। ਐਵੇਂ ਨਾ ਡਰਿਆ ਕਰੋ, ਗੁਰੂ ਨਾਨਕ ਸਾਹਿਬ ਦੇ ਘਰ ਦੀ ਬਾਣੀ ਪੜ੍ਹਿਆ ਕਰੋ। ਅਤੇ ਇਸ ਤਰ੍ਹਾਂ ਦੇ ਜਿਹੜੇ ਲੋਕ ਨੇ ਉਹਨਾਂ ਨੂੰ ਦਾਨ ਦੇ ਕੇ ਨਿਕੰਮੇ ਵੀ ਨਹੀਂ ਬਣਾਉਣਾ, ਦਲਿਦਰੀ ਵੀ ਨਹੀਂ ਬਣਾਉਣਾ ਹੈ। ਚੰਗੇ ਭਲੇ ਸਰੀਰ ਆਪਣੇ ਗੁਰੂ ਘਰ ਦੇ ਸਾਹਮਣੇ ਪਹਿਲਾਂ ਇੱਕ ਮੰਗਤਾ, ਫਿਰ ਦੋ ਚਾਰ, ਕਿੰਨੇ ਹੀ ਬੈਠਣ ਲੱਗ ਪਏ। ਚੰਗੇ ਭਲੇ ਸਰੀਰ ਜਿਹੜੇ ਉਹ ਵੀ ਬੈਠਣ ਲੱਗ ਪਏ ਆ ਕੇ। ਐਸਾ ਦਲਿੱਦਰ ਪੈ ਗਿਆ ਹੈ। ਐਸੇ ਲੋਕਾਂ ਨੂੰ ਦਾਨ ਨਾ ਦਿਆ ਕਰੋ। ਸੋ ਉਹ ਜਿਹੜੇ ਨੇ ਹੋਰ ਆਲਸੀ ਤੇ ਦਲਿਦਰੀ ਬਣ ਜਾਂਦੇ। ਸੋ ਦਾਨ ਉੱਥੇ ਦਿਓ ਜਿੱਥੇ ਜ਼ਰੂਰਤ ਹੈ, ਵੇਖ ਕੇ ਵੀ ਇਹ ਵਾਕਿਆ ਹੀ ਯੋਗ ਹੈ ਕਿ ਜਾਂ ਇਹ ਕੇਵਲ ਕੰਮ ਕਰਨ ਤੋਂ ਹੀ ਕਿਨਾਰਾ ਕਰਦਾ ਪਿਆ ਵੀ ਚਲੋ ਮੰਗ ਕੇ ਹੀ ਪ੍ਰਸ਼ਾਦਾ ਚੱਲਦਾ ਤੇ ਹੋਰ ਕੀ ਚਾਹੀਦਾ। ਰਾਮ ਰਾਮ ਗਾਏਂਗੇ, ਟੱਲੀਆਂ ਬਜਾਏਂਗੇ, ਮੰਗ ਕੇ ਖਾਏਂਗੇ। ਉਹ ਇਹਨਾਂ ਲੋਕਾਂ ਦੀ ਹਾਲਤ ਹੈ। ਮਹਾਰਾਜ ਕਹਿਣ ਲੱਗੇ ਭਾਈ ਬਚਨ ਇਹ ਹੈ, ਦਾਨ ਜੇ ਸਤਿਗੁਰ ਭਾਵ ਸੀ, ਦਾਨ ਉਹ ਹੈ ਜਿਹੜਾ ਦੇਣ ਵਾਲੇ ਨੂੰ ਭਾਵੇ, ਚੰਗਾ ਲੱਗੇ, ਉਹ ਮਰਜ਼ੀ ਨਾਲ ਜੋ ਮਰਜ਼ੀ ਦੇਵੇ। ਸੋ ਸੱਤੇ ਦਾਨ, ਸੱਤਾ ਕਹਿੰਦਾ ਮੈਨੂੰ ਉਹ ਦਾਨ ਦੇਣਾ ਕਰੋ। ਨਾਨਕ ਹੰਦਾ 70 ਸਿਰ। ਸਤਿਗੁਰੂ ਪਾਤਸ਼ਾਹ ਬਖਸ਼ਿਸ਼ ਕਰਦੇ। ਗੁਰੂ ਅਮਰਦਾਸ ਪਾਤਸ਼ਾਹ ਜੀ ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀਆਂ ਦੇ ਸਿਰ ਦੇ ਉੱਪਰ ਜਿਹੜਾ ਛਤਰ ਸੋਭਾ ਪਾਉਂਦਾ ਸੀ ਨਾ, ਉਹੀ ਛਤਰ ਪਾਤਸ਼ਾਹ ਆਪ ਜੀ ਦੇ ਸੀਸ ਉੱਪਰ ਸੋਭਾ ਪਾ ਰਿਹਾ ਹੈ। ਉਮਤ ਹੈਰਾਨ, ਉਮਤ ਕਹੀਏ ਸੰਗਤ, ਸਾਰੀ ਸੰਗਤ ਔਰ ਸ੍ਰਿਸ਼ਟੀ ਹੈਰਾਨ ਹੋ ਗਈ ਹੈ ਵੀ ਇੰਨੀ ਵੱਡੀ ਉਮਰ ਦੇ ਵਿੱਚ। ਲੋਕ ਤੇ ਆਖਦੇ ਵੀ 70 ਕਾ ਮਤਹੀਨ, 80 ਕਾ ਵਿਵਹਾਰ ਨਾ ਪਾਵੇ। ਦੁਨੀਆ ਦੀ ਇਹ ਵਿਚਾਰ ਹੈ ਵੀ 70 ਸਾਲ ਦੇ ਬੰਦੇ ਦੀ ਮੱਤ ਮਾਰੀ ਜਾਂਦੀ ਹੈ, 80 ਸਾਲ ਦੇ ਬੰਦੇ ਨੂੰ ਦੇਣਾ ਲੈਣਾ ਸੁਝਦਾ ਹੀ ਕੋਈ ਨਹੀਂ, ਚੇਤਾ ਹੀ ਭੁੱਲਣ ਲੱਗ ਪੈਂਦਾ ਹੈ। ਧੰਨ ਗੁਰੂ ਅਮਰਦਾਸ ਪਾਤਸ਼ਾਹ ਆਪ 84 ਸਾਲ ਦੀ ਉਮਰ ਵਿੱਚ ਜਾ ਕੇ ਗੁਰਤਾ ਗੱਦੀ 'ਤੇ ਬੈਠੇ। 22 ਸਾਲ ਆਪ ਜੀਆਂ ਨੇ ਗੁਰਤਾ ਗੱਦੀ 'ਤੇ ਤਖਤ ਨੂੰ ਸਾਂਭ ਕੇ ਗੁਰਬਾਣੀ ਦੀ ਬਖਸ਼ਿਸ਼ ਕੀਤੀ ਹੈ। 907 ਸ਼ਬਦ ਜਿਹੜੇ ਮਹਾਰਾਜ ਸਾਹਿਬ ਜੀਆਂ ਨੇ ਗੁਰਬਾਣੀ ਦੇ ਵਿੱਚ ਲਿਖਵਾਏ ਨੇ ਧੰਨ ਗੁਰੂ ਅਮਰਦਾਸ ਪਾਤਸ਼ਾਹ ਨੇ। ਔਰ 18 ਰਾਗਾਂ ਵਿੱਚ ਬਾਣੀ, ਗੁਰੂ ਗ੍ਰੰਥ ਸਾਹਿਬ ਦੇ 31 ਰਾਗ ਨੇ, 18 ਦੇ ਵਿੱਚ ਬਾਣੀ ਗੁਰੂ ਅਮਰਦਾਸ ਪਾਤਸ਼ਾਹ ਨੇ ਲਿਖਵਾਈ ਹੈ। ਐਸੇ ਮਹਾਰਾਜ ਆਪ ਕਿਰਪਾ ਕਰਦੇ ਹੋ। ਸੋ ਟਿਕਾ ਸੋ ਬਹਿਣਾ, ਜਿਹੜਾ ਗੁਰਤਾ ਗੱਦੀ ਦਾ ਤਿਲਕ ਗੁਰੂ ਅੰਗਦ ਸਾਹਿਬ ਨੂੰ ਮਿਲਿਆ ਹੈ, ਉਹੀ ਗੁਰਤਾ ਗੱਦੀ ਦਾ ਤਿਲਕ ਗੁਰੂ ਅਮਰਦਾਸ ਪਾਤਸ਼ਾਹ ਆਪ ਜੀ ਨੂੰ ਮਿਲਿਆ ਹੈ।
ਬਹਿਣਾ ਕਹੀਏ ਸਿੰਘਾਸਨ ਗੁਰਤਾ ਗੱਦੀ। ਜਿਹੜੀ ਗੁਰਤਾ ਗੱਦੀ ਗੁਰੂ ਅੰਗਦ ਸਾਹਿਬ ਨੂੰ ਮਿਲੀ ਹੈ ਉਹੀ ਸਿੰਘਾਸਨ ਗੁਰਤਾ ਗੱਦੀ ਦਾ ਆਪ ਨੂੰ ਮਿਲਿਆ ਹੈ। ਹੋਈ ਦੀਵਾਨ ਤੇ ਦੀਵਾਨ ਕਹੀਏ ਸਭਾ, ਇਹ ਜਿਹੜੀ ਸੰਗਤ ਹੈ ਇਹ ਸੰਗਤ ਵੀ ਆਪ ਜੀ ਨੂੰ ਉਹੀ ਪ੍ਰਾਪਤ ਹੋਈ ਹੈ। ਪਿਓ ਦਾਦੇ ਜੇ ਵਿਹਾ ਪੋਤਾ ਪਰਵਾਨ। ਜਿਸ ਤਰ੍ਹਾਂ ਦੇ ਪੀਓ ਕਹੀਏ ਧੰਨ ਗੁਰੂ ਅੰਗਦ ਦੇ ਪਾਤਸ਼ਾਹ ਮਹਾਰਾਜ ਜੀ, ਜਿਸ ਤਰ੍ਹਾਂ ਦੇ ਦਾਦੇ ਕਹੀਏ ਧੰਨ ਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਸਾਹਿਬ ਜੀ, ਉਹਨਾਂ ਦੇ ਵਾਂਗ ਆਪ ਪੁੱਤਰੇ ਧੰਨ ਗੁਰੂ ਅਮਰਦਾਸ ਪਾਤਸ਼ਾਹ ਹੋ। ਗੁਰੂ ਨਾਨਕ ਸਾਹਿਬ, ਗੁਰੂ ਅੰਗਦ ਸਾਹਿਬ ਔਰ ਗੁਰੂ ਅਮਰਦਾਸ ਪਾਤਸ਼ਾਹ ਆਪ ਦੇ ਵਿੱਚ ਕੋਈ ਫਰਕ ਹੀ ਨਹੀਂ ਹੈ। ਜੋਤ ਓਹਾ ਜੁਗਤ ਸਾਏ ਸਹਿਕਾਇਆ ਫੇਰ ਪਲਟੀਐ। ਐਸੇ ਆਪ ਸੁੰਦਰ ਸਰੂਪ, ਉਹੀ ਰੂਪ ਗੁਰੂ ਨਾਨਕ ਸਾਹਿਬ ਦਾ ਹੋ। ਇਸ ਤਰ੍ਹਾਂ ਭਾਈ ਸੱਤਾ ਜੀ, ਇਹ ਗੁਰੂ ਨਾਨਕ ਸਾਹਿਬ ਜੀਆਂ ਦੇ ਤੀਜੇ ਰੂਪ ਗੁਰੂ ਅਮਰਦਾਸ ਪਾਤਸ਼ਾਹ ਦੀ ਵਡਿਆਈ ਕਰਕੇ ਆਪਣੇ ਕੋੜ ਦੇ ਰੋਗ ਨੂੰ ਠੀਕ ਕਰਦੇ ਪਏ। ਹੁਣ ਅੱਗੇ ਧੰਨ ਧੰਨ ਰਾਮਦਾਸ ਗੁਰ, ਹੁਣ ਗੁਰੂ ਰਾਮਦਾਸ ਪਾਤਸ਼ਾਹ ਦੀ ਵਡਿਆਈ ਆਵੇਗੀ, ਉਹ ਆਪਾਂ ਕੱਲ ਦੇ ਦੀਵਾਨ ਵਿੱਚ ਸਰਵਣ ਕਰਾਂਗੇ। ਸਮੇਂ ਦੀ ਸਮਾਪਤੀ ਦਿਓ ਸੱਜਣ ਅਸੀਂ ਸੜੀਆਂ ਸਾਹਿਬ ਸਿਓ ਮਿਲੋ। ਸੋ ਟਿੱਕਾ ਸੋ ਬਹਿਣਾ ਸੋਈ ਦੀਵਾਨ। ਪਿਓ ਦਾਦੇ ਜੇ ਵਿਹਾ ਪੋਤਾ ਪਰਵਾਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।